प्यारिओ वाहिगुरू जी का खालसा वाहिगुरू जी की फतेह। जिस फार्म ਦੇ ਵਿੱਚ ਆਪਾਂ ਸਾਰੇ ਖੜੇ ਆ ਇਹ ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਜਿਹੜਾ ਬੀਬੀ ਭੈਣ ਡਾਕਟਰ ਇੰਦਰਜੀਤ ਕੌਰ ਹੋਰਾਂ ਦੀ ਰਹਿਨਮਾਈ 'ਚ ਚੱਲ ਰਿਹਾ। ਇਹ 2006 ਤੋਂ ਅਸੀਂ ਫਾਰਮ ਸ਼ੁਰੂ ਕੀਤਾ ਸੀਗਾ ਔਰ ਇਹਦੇ ਵਿੱਚ ਕਦੀ ਵੀ ਸਾਨੂੰ ਕੋਈ ਖਾਦ ਜਾਂ ਕੀੜੇ ਮਾਰ ਦਵਾਈਆਂ ਨਦੀਨ ਨਾਸ਼ਕ ਪਾਉਣ ਦੀ ਲੋੜ ਨਹੀਂ ਪਈ। ਭਾਵ ਅਸੀਂ ਕੁਦਰਤੀ ਸਿਸਟਮ ਦੇ ਨਾਲ ਕੁਦਰਤੀ ਖੇਤੀ ਜਿਹਨੂੰ ਕਹਿੰਦੇ ਆ, ਕੁਛ ਲੋਕ ਆਰਗੈਨਿਕ ਵੀ ਕਹਿ ਦਿੰਦੇ, ਅਸੀਂ ਆਰਗੈਨਿਕ ਨਹੀਂ ਕਹਿੰਦੇ। ਕੁਦਰਤੀ ਖੇਤੀ ਜਿਹੜੀ ਆ ਨੈਚੁਰਲ ਸਿਸਟਮ ਦੇ ਨਾਲ ਅਸੀਂ ਖੇਤੀ ਜਿਹੜੀ ਕਰ ਰਹੇ ਹਾਂ। ਜਿਸ ਖੇਤ ਦੇ ਵਿੱਚ ਅਸੀਂ ਖੜੇ ਹਾਂ ਇਹਦੇ ਵਿੱਚ ਗੰਨਾ ਲੱਗਾ ਹੋਇਆ। ਇਹ ਗੰਨਾ ਅਸੀਂ 8 ਸਾਲ ਬਾਅਦ ਇਹਦੀ ਜਗ੍ਹਾ ਬਦਲੀ ਆ। 8 ਸਾਲ ਲਗਾਤਾਰ ਇਹ ਗੰਨਾ ਜਿਹੜਾ ਇਹ ਚੱਲਦਾ ਰਿਹਾ ਔਰ ਇਹ ਜਿਹੜਾ ਗੰਨਾ ਆ ਇਹ ਅਸੀਂ 1.25 ਕੁਇੰਟਲ ਬੀਜ 1 ਏਕੜ ਦੇ ਵਿੱਚ ਲਾਉਂਦੇ ਹਾਂ। ਭਾਵ ਸਾਡਾ ਗੰਨਾ ਲਾਉਣ ਦਾ ਜਿਹੜਾ ਸਿਸਟਮ ਹੈ ਉਹ ਵੱਖਰਾ ਤੁਸੀਂ ਦੇਖ ਰਹੇ ਹੋ। ਇਹਦੇ ਵਿੱਚ 12 ਫੁੱਟ ਦੇ ਵਿੱਚ ਅਸੀਂ ਫਸਲ ਬੀਜਣੀ ਆ ਔਰ 4 ਫੁੱਟ 2 ਲਾਈਨਾਂ ਗੰਨੇ ਦੀਆਂ ਨੇ। ਇਸ ਤਰ੍ਹਾਂ ਕਰਕੇ ਇਹ 13 ਲਾਈਨਾਂ ਨੇ। ਜੇ ਅਸੀਂ ਇੱਕ ਲਾਈਨ ਗਿਣਾਂਗੇ ਤਾਂ 26 ਲਾਈਨਾਂ ਨੇ। ਭਾਵ ਗੰਨੇ ਨੇ ਕਵਰ ਕੀਤਾ 2 ਕਨਾਲ, 6 ਕਨਾਲ ਵਿੱਚ ਫਸਲ ਜਿਹੜੀ ਹੁਣ ਅਸੀਂ ਬੀਜਣ ਵਾਸਤੇ ਖੇਤ ਨੂੰ ਤਿਆਰ ਕੀਤਾ ਹੋਇਆ ਔਰ ਇਹ ਗੰਨਾ ਫਿਰ 8 ਸਾਲ ਚੱਲੇਗਾ। ਔਰ ਵਿਲੱਖਣ ਗੱਲ ਇਹ ਹੈ ਕਿ ਡ੍ਰਿਪ ਸਿਸਟਮ ਦੇ ਨਾਲ ਹੀ ਅਸੀਂ ਪਾਣੀ ਜਿਹੜਾ ਇਹਨੂੰ ਦੇ ਰਹੇ ਹਾਂ। ਭਾਵ ਅਸੀਂ 96% ਪਾਣੀ ਜਿਹੜਾ ਆ ਉਹ ਬਚਾ ਰਹੇ ਹਾਂ, ਕਿਉਂਕਿ ਪਾਣੀ ਜਿਹੜਾ ਆ ਬੜਾ ਪਵਿੱਤਰ ਸੋਮਾ ਆ। ਬਾਬਾ ਨਾਨਕ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਪਾਣੀ ਬਚਾਉਣਾ, ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ, ਧਰਤੀ ਨੂੰ ਜ਼ਹਿਰੀਲੀ ਹੋਣ ਤੋਂ ਬਚਾਉਣਾ ਹਰ ਨਾਨਕ ਨਾਮ ਲੇਵਾ ਦਾ ਫਰਜ਼ ਬਣਦਾ ਆ ਕਿ ਅਸੀਂ ਬਾਬਾ ਜੀ ਦੇ ਉਸ ਉਪਦੇਸ਼ ਨੂੰ ਮੰਨੀਏ ਔਰ ਉੱਤੇ ਕਾਇਮ ਰਹੀਏ, ਕਿਉਂਕਿ ਸਾਨੂੰ ਉਹ ਸਮਝਾ ਕੇ ਗਏ ਆ ਕਿ ਇਹ ਤਿੰਨਾਂ ਨੂੰ ਬਚਾਓਗੇ ਤੇ ਬਚੇ ਰਹੋਗੇ, ਨਹੀਂ ਤੇ ਅਸੀਂ ਬਚਣਾ ਜਿਹੜਾ ਸਾਡਾ ਔਖਾ ਹੋ ਜਾਏਗਾ। ਔਰ ਇਹ ਜਿਹੜਾ ਡ੍ਰਿਪ ਸਿਸਟਮ ਆ ਇਹ ਜੇ ਅਸੀਂ ਪੌਣਾ ਘੰਟਾ ਵੀ ਚਲਾ ਦਿੰਦੇ ਹਾਂ, 1.5 ਹਾਰਸ ਪਾਵਰ ਦੀ ਮੋਟਰ ਜਿਹੜੀ ਲੱਗੀ ਆ ਔਰ ਇਹ ਸਾਰੇ ਗੰਨੇ ਨੂੰ ਜਿਹੜਾ ਆ ਪਾਣੀ ਤੁਬਕਾ ਤੁਬਕਾ। ਭਾਵ ਗੰਨਾ ਜਿਹੜਾ ਆ ਕੋਈ ਵੀ ਫਸਲ ਆ ਉਹਦੀ ਡਿਮਾਂਡ ਨਵੀਂ ਆ, ਪਾਣੀ ਨਹੀਂ। ਫਲੱਡ ਇਰੀਗੇਸ਼ਨ ਜਿਹੜਾ ਆ ਇਹ ਤੁਹਾਨੂੰ ਪਤਾ ਹੀ ਹੋਏਗਾ ਕਿ 4 ਦੇਸ਼ ਕਰਦੇ ਆ। ਬਾਕੀ ਕੋਈ ਵੀ ਦੇਸ਼ ਜਿਹੜੇ ਆ ਯੂਰਪ ਦੇ ਵਿੱਚ, ਇੰਗਲੈਂਡ, ਕੈਨੇਡਾ, ਅਮਰੀਕਾ ਦੇ ਵਿੱਚ ਕਿਤੇ ਵੀ ਫਲੱਡ ਇਰੀਗੇਸ਼ਨ ਰਾਹੀਂ ਖੇਤੀ ਨਹੀਂ ਹੁੰਦੀ। ਖੇਤੀ ਕੇਵਲ ਡ੍ਰਿਪ ਸਿਸਟਮ ਅਤੇ ਸਪ੍ਰਿੰਕਲਰ ਸਿਸਟਮ ਦੇ ਨਾਲ ਹੀ ਹੁੰਦੀ ਆ। ਅਤੇ ਸਾਡੇ ਅਸੀਂ ਬੇਤਹਾਸ਼ਾ ਪਾਣੀ ਦੇ ਦੇ ਕੇ ਧਰਤੀ ਦੇ ਵਿੱਚ ਜਿਹੜਾ ਪਾਣੀ ਆ ਉਹ ਸਿਰਫ 1% ਆ। 97% ਪਾਣੀ ਸਮੁੰਦਰਾਂ ਦੇ ਵਿੱਚ ਆ ਔਰ ਜਿਹੜਾ ਧਰਤੀ ਦਾ ਪਾਣੀ ਆ ਉਹਨੂੰ ਅਸੀਂ ਦਿਨ ਬ ਦਿਨ ਖਤਮ ਕਰਨ ਵਾਲੇ ਪਾਸੇ ਜਾ ਰਹੇ ਹਾਂ। ਬੜਾ ਡਾਊਨ ਜਾ ਰਿਹਾ, ਬੜਾ ਇਹ ਸੀਰੀਅਸ ਮਾਮਲਾ। ਸਾਨੂੰ ਬਾਬਾ ਜੀ ਦੇ ਉਸ ਉਪਦੇਸ਼ ਨੂੰ ਮੰਨਣਾ ਪੈਣਾ, ਅਡੋਪਟ ਕਰਨਾ ਪੈਣਾ ਆ, ਪਵਨ ਗੁਰੂ ਪਾਣੀ ਪਿਤਾ। ਔਰ ਇਹ ਜਿਹੜਾ ਅਸੀਂ ਇੱਥੇ ਖੇਤੀ ਕਰਦੇ ਹਾਂ, ਸਾਡੀ ਸਾਰੀ ਖੇਤੀ ਬੈੱਡਾਂ 'ਤੇ ਹੁੰਦੀ ਆ। ਭਾਵ ਖੇਲਾਂ ਦੇ ਉੱਤੇ, ਕਿਆਰੀਆਂ ਦੇ ਉੱਤੇ ਹੁੰਦੀ ਆ। ਔਰ ਇਹ ਜਿਹੜਾ ਅਸੀਂ ਪਾਣੀ ਬਚਾਉਣਾ ਔਰ ਜਿਹੜੀ ਕੋਈ ਅਸੀਂ ਖਾਦ ਨਹੀਂ ਪਾਉਣੀ, ਤੁਸੀਂ ਗੰਨੇ 'ਚ ਦੇਖ ਰਹੇ ਹੋ। ਔਰ ਇਹਦੇ ਵਿੱਚ ਜੰਤਰ ਢਾਂਚਾ ਜਿਹਨੂੰ ਢਿੰਜਣ ਕਹਿੰਦੇ ਆ, ਇਹ ਅਸੀਂ ਬੀਜ ਦਿੱਤਾ ਆ। 4 ਫੁੱਟ ਦੇ ਵਿੱਚ ਢਿੰਜਣ ਆ ਔਰ 2 ਪਾਸੇ ਗੰਨਾ ਆ। ਗੰਨੇ ਨੇ ਜਿੰਨੀ ਨਾਈਟ੍ਰੋਜਨ ਲੈਣੀ ਆ, ਨਾਈਟ੍ਰੋਜਨ ਇੱਕ ਤੱਤ ਆ ਔਰ ਨੈਚੁਰਲ ਨਾਈਟ੍ਰੋਜਨ ਜਿਹੜੀ ਆ ਇਹ ਜੰਤਰ ਨੇ ਇਹਨੂੰ ਦੇ ਦੇਣੀ ਆ। ਸਾਰੇ ਸਾਲ ਦੀ ਨਾਈਟ੍ਰੋਜਨ ਜਦੋਂ ਇਹ 4 ਫੁੱਟ ਹੋਏਗਾ ਅਸੀਂ ਵਿੱਚੇ ਹੀ ਪਾਵਰ ਟਿਲਰ ਦੇ ਨਾਲ ਇਹਨੂੰ ਕ੍ਰਸ਼ ਕਰ ਦੇਣਾ, ਭਾਅ ਵਾਹ ਦੇਣਾ ਔਰ ਇਹਦੀ ਨਾਈਟ੍ਰੋਜਨ ਦੀ ਡਿਮਾਂਡ ਜਿਹੜੀ ਆ ਉਹ ਪੂਰੀ ਹੋ ਜਾਣੀ ਆ। ਜੇ ਸਾਨੂੰ ਕਦੀ ਸਪਰੇਅ ਦੀ ਲੋੜ ਪਈ ਤੇ ਹਰੀ ਮਿਰਚ, ਨਿੰਮ ਦੇ ਪੱਤੇ, ਲਸਣ, ਸੜਕ 'ਤੇ ਉੱਗੀ ਹੋਈ ਭੰਗ, ਦੇਸੀ ਅੱਕ, ਇਹਨਾਂ ਨੂੰ ਅਸੀਂ ਉਬਾਲ ਕੇ 2 ਵਾਲੇ ਦੇ ਕੇ ਠੰਡਾ ਕਰਕੇ ਪਾਣੀ ਮਿਲਾ ਕੇ ਉਹ ਕੀਟ ਪ੍ਰਬੰਧਨ ਵਾਸਤੇ ਅਸੀਂ ਜਿਹੜੀ ਆ ਸਪਰੇਅ ਕਰ ਦਿੰਦੇ ਹਾਂ ਔਰ ਸਾਨੂੰ ਕੋਈ ਵੀ ਕਦੀ ਕੀੜੇ ਮਾਰ ਦਵਾਈ ਦੀ ਲੋੜ ਨਹੀਂ। ਔਰ ਮੈਂ ਇਹ ਵੀ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹਾਂਗਾ ਔਰ 85% ਸਾਡੇ ਮਿੱਤਰ ਕੀਟ ਨੇ ਵਾਯੂਮੰਡਲ ਦੇ ਵਿੱਚ, ਪਾਣੀ ਦੇ ਵਿੱਚ, ਧਰਤੀ ਦੇ ਵਿੱਚ। ਔਰ ਸਿਰਫ ਜਿਹੜੇ ਦੁਸ਼ਮਣ ਕੀਟ ਨੇ ਉਹ 15% ਨੇ ਔਰ ਅਸੀਂ 15% ਮਾਰਨ ਵਾਸਤੇ 85% ਮਾਰ ਰਹੇ ਹਾਂ। ਜੇ ਅਸੀਂ ਖੇਤ ਨੂੰ ਅੱਗ ਲਾ ਰਹੇ ਹਾਂ ਤਾਂ ਕਦੀ ਸੋਚੋ ਕਿ ਧਰਤੀ ਵੀ ਜਲਾ ਦਿੱਤੀ, ਕੀਟ ਵੀ ਖਤਮ ਕਰ ਦਿੱਤੇ। ਔਰ ਮੈਂ ਇਹ ਵੀ ਦੱਸ ਕੇ ਖੁਸ਼ੀ ਮਹਿਸੂਸ ਕਰਦਾ ਕਿ ਤੁਹਾਡਾ ਰੈਸਟ ਹਾਊਸ ਤੁਹਾਡਾ ਕਮਰਾ ਆ ਔਰ ਕੀਟ ਦਾ ਰੈਸਟ ਹਾਊਸ ਜਿਹੜਾ ਖੇਤ ਦੀ ਬਾਉਂਡਰੀ ਆ ਜਿਹਦੇ 'ਚ ਘਾਹ ਆ ਉਹਦੇ ਵਿੱਚ ਕੀਟ ਨੇ ਐਗ ਵੀ ਦਿੱਤੇ ਹੋਏ ਆ ਔਰ ਉਹਦੇ 'ਚ ਉਹ ਡਿਵੈਲਪ ਹੋ ਕੇ ਸਾਡੇ ਖੇਤ ਲਈ ਕੰਮ ਕਰਦਾ, ਦਿਨ ਰਾਤ ਸਾਡੇ ਵਾਸਤੇ ਕੰਮ ਕਰਦਾ। ਔਰ ਜਿਹੜੇ ਕੀਟ ਆ ਇਹ ਫਰਟੀਲਾਈਜ਼ਰ ਦਾ ਕੰਮ ਕਰਦੇ ਆ ਔਰ ਅਸੀਂ ਇਹ ਭੁੱਲ ਹੀ ਗਏ ਆ ਕਿ ਬਾਹਰੋਂ ਯੂਰੀਆ ਲਿਆ ਕੇ ਜਿਹੜੀ ਪਾਉਣੀ ਔਰ ਜਿਹੜੀ ਕੁਦਰਤੀ ਖੇਤੀ ਭੁੱਲ ਗਏ ਆ। ਉਹਦੇ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ। ਧਰਤੀ ਜ਼ਹਿਰੀਲੀ ਹੋ ਗਈ ਆ, ਹਵਾ ਪ੍ਰਦੂਸ਼ਿਤ ਹੋ ਗਈ ਆ ਔਰ ਪਾਣੀ ਜਿਹੜਾ ਸੀ ਇਹ ਵੀ ਸਾਡੇ ਪੀਣ ਯੋਗ ਨਹੀਂ ਰਿਹਾ। ਔਰ ਇਸ ਤੋਂ ਅੱਗੇ ਅਸੀਂ ਤੁਹਾਨੂੰ ਪਾਪੂਲਰ ਦੇ ਖੇਤ ਇਹਦੇ ਵਿੱਚ ਅਸੀਂ ਘੀਆ ਲਾਵਾਂਗੇ ਜੀ, ਇਹਦੇ ਵਿੱਚ ਕਾਲੀ ਤੋਰੀ ਲਾਵਾਂਗੇ, ਇਹਦੇ ਵਿੱਚ ਭਿੰਡੀ ਲਾਵਾਂਗੇ
ਹਾਂਜੀ, ਇਹਦੇ ਵਿੱਚ ਮਤਲਬ ਹਲਵਾ ਵੀ ਲੱਗ ਸਕਦਾ ਹੈ ਹੁਣ। ਔਰ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ 8-10 ਫਸਲਾਂ ਜਿਹੜੀਆਂ ਆ ਉਹ ਹਰ ਬੈੱਡ 12 ਫੁੱਟ ਦੇ ਵਿੱਚ ਵੱਖ-ਵੱਖ ਫਸਲਾਂ ਹੋਣਗੀਆਂ, ਕਿਉਂਕਿ ਸੰਗਤ ਬਹੁਤ ਆਉਂਦੀ ਆ। ਔਰ ਉਹਨਾਂ ਨੂੰ ਦੱਸਣ ਵਾਸਤੇ ਕਿ ਇੱਕ ਖੇਤ ਜਿਹੜਾ ਆ ਤੁਸੀਂ ਉਹਦੇ ਵਿੱਚੋਂ ਹਰ ਸਾਲ 12 ਮਹੀਨੇ ਕੁਛ ਨਾ ਕੁਛ ਆਮਦਨ ਜਿਹੜੀ ਆ ਉਹ ਲੈ ਸਕਦੇ ਹੋ, ਕਿਉਂਕਿ ਜ਼ਿਮੀਂਦਾਰਾ ਬਹੁਤ ਛੋਟਾ ਹੋ ਗਿਆ, ਟਰੈਕਟਰ ਬਹੁਤ ਵੱਡੇ ਹੋ ਗਏ। ਦੱਸ ਕੇ ਬੜਾ ਦੁੱਖ ਹੁੰਦਾ ਆ। ਟਰੈਕਟਰ ਛੋਟੇ ਹੋਣੇ ਚਾਹੀਦੇ ਸੀ, ਪਰ ਬੜੀ ਕਿਰਪਾ ਕੀਤੀ ਯੂਨੀਵਰਸਿਟੀਆਂ ਨੇ, ਮੇਲੇ ਲਾ ਲਾ ਕੇ ਜੱਟਾਂ ਦੇ ਵੱਡੇ ਹੈਪੀ ਸੀਡਰ, ਵੱਡੇ ਰੋਟਾਵੇਟਰ, ਵੱਡੀਆਂ ਸੀਡ ਡਰਿਲਾਂ, ਸਾਡੇ ਜਿਹੜੇ DT14 ਸੀ, ਜੀਟਰ ਸੀ, ਆਇਸ਼ਰ ਸੀ, ਇਹ ਸਾਨੂੰ ਵੇਚ ਕੇ ਤੇ ਵੱਡੇ ਵੱਡੇ ਟਰੈਕਟਰ ਲੈਣੇ ਪਏ ਔਰ ਜੱਟ ਕਰਜ਼ੇ 'ਚ ਚਲੇ ਗਿਆ। ਔਰ ਇਹ ਦੱਸ ਕੇ ਆਇਸ਼ਰ ਦੇ ਨਾਲ ਅਸੀਂ ਗੋਡੀ ਕਰਦੇ ਹਾਂ। ਔਰ ਜਦੋਂ ਬੈੱਡਾਂ ਦੇ ਉੱਤੇ ਬੀਜੀ ਆ, ਕਿਉਂਕਿ ਇਹਦੇ ਪਤਲੇ ਟਾਇਰ ਹੁੰਦੇ ਆ, ਪਿੱਛੇ ਬੈੱਡ ਪਲਾਂਟਰ ਜਿਹੜਾ ਆ ਉਹ ਗੋਡੀ ਕਰ ਦਿੰਦਾ ਉਹਦੇ ਨਾਲ। ਹਾਂਜੀ, ਅਤੇ ਅਸੀਂ ਤੁਹਾਨੂੰ ਅੱਗੇ ਹੁਣ ਪਾਪੂਲਰ ਦਾ ਖੇਤ ਦਿਖਾਉਣ ਜਾ ਰਹੇ ਹਾਂ ਕਿ ਪਾਪੂਲਰ ਦਾ ਇੱਕ ਨਵਾਂ ਮਾਡਲ ਜਿਹੜਾ ਹਿੰਦੁਸਤਾਨ ਦੇ ਵਿੱਚ ਨਹੀਂ ਹੈਗਾ, ਉਹ ਮਾਡਲ ਜਿਹੜਾ ਆ ਉਹ ਅਸੀਂ ਜਿਹੜਾ ਉਹ ਇੱਕ ਪੇਸ਼ ਕੀਤਾ ਸੰਗਤਾਂ ਵਾਸਤੇ, ਇੱਕ ਸਮੂਹ ਜ਼ਿਮੀਂਦਾਰਾਂ ਵਾਸਤੇ। ਔਰ ਜਿਸ ਖੇਤ ਦੇ ਵਿੱਚ ਤੁਸੀਂ ਪਹੁੰਚ ਗਏ ਹੋ, ਇਸ ਖੇਤ ਦੇ ਵਿੱਚ ਸ਼ੂਗਰ ਕੇਨ ਫੋਡਰ, ਇਹਨੂੰ ਅਸੀਂ ਸ਼ੂਗਰ ਕੇਨ ਫੋਡਰ ਕਹਾਂਗੇ। ਇਹ 3 ਸਾਲ ਲਗਾਤਾਰ ਹੋਏਗਾ। ਇਹ 'ਚ ਕਾਰਬੋਹਾਈਡਰੇਟਸ ਅਤੇ ਪ੍ਰੋਟੀਨ ਬਹੁਤ ਆ। ਔਰ ਇਹਦੇ ਵਿੱਚ 80 ਪਾਪੂਲਰ ਲੱਗੇ ਹੋਏ ਆ। 80 ਪਾਪੂਲਰ ਈਸਟ ਵੈਸਟ, ਭਾਵ ਅਸੀਂ ਉੱਤਰ ਦੱਖਣ ਪੂਰਬ ਪੱਛਮ ਜੇ ਇਹਦੀ ਗਿਣਤੀ ਲਾਈਏ ਤਾਂ 80 ਬਣਦੀ ਆ। ਔਰ ਜਿਹੜੀ ਪੂਰਬ ਪੱਛਮ ਆ ਇਹਦੀ ਮਿਣਤੀ 28 ਫੁੱਟ ਆ। ਔਰ ਜਿਹੜੀ ਹੈਗੀ ਉੱਤਰ ਦੱਖਣ ਉਹ 20 ਫੁੱਟ ਆ। 80 ਬੂਟੇ ਨੇ। ਔਰ ਜਦੋਂ ਇਹ 80 ਬੂਟੇ 3 ਸਾਲ ਦੇ ਹੋ ਗਏ, ਫਰਵਰੀ ਦੇ ਵਿੱਚ ਲੱਗਦੇ ਆ, ਅਸੀਂ ਇਹਦੇ ਵਿੱਚ ਤੀਜੇ ਸਾਲ 80 ਬੂਟੇ ਹੋਰ ਲਾਤੇ ਆ। ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਆ, ਸਾਰੀ ਲਾਈਨ ਦੇ ਵਿੱਚ ਪੌਦੇ ਜਿਹੜੇ ਆ ਉਹ ਲੱਗੇ ਹੋਏ ਆ। ਨੈਕਸਟ ਈਅਰ ਫਰਵਰੀ ਦੇ ਵਿੱਚ ਅਸੀਂ ਇਹ ਪਹਿਲੇ 80 ਬੂਟੇ ਕਟਾ ਦਿਆਂਗੇ ਔਰ 1 ਸਾਲ ਦੀ ਉਮਰ ਇਹਨਾਂ ਬੂਟਿਆਂ ਦੀ ਹੋਗੀ, ਭਾਵ ਉਮਰ ਬੂਟੇ ਦੀ 4 ਸਾਲ, ਟੈਨਿਓਰ 3 ਸਾਲ। ਐਵਰੀ 3 ਈਅਰ ਤੁਸੀਂ 80 ਬੂਟੇ, ਭਾਵ 6 ਸਾਲਾਂ ਦੇ ਵਿੱਚ ਤੁਸੀਂ 160 ਬੂਟੇ ਜਿਹੜੇ ਸੀ ਉਹ ਲੈ ਲਏ ਅਤੇ ਫਸਲ ਪੂਰੀ ਲੈ ਲਈ। ਜਿਹੜੇ ਤੁਸੀਂ 212, 215, 220 ਬੂਟੇ ਲਾਉਂਦੇ ਹੋ, ਉਹਦੇ ਵਿੱਚ ਕਣਕ ਥੋੜ੍ਹੀ ਬਹੁਤੀ ਹੋ ਜਾਂਦੀ ਆ, ਕਿਉਂਕਿ ਉਦੋਂ ਪੱਤੇ ਗਿਰੇ ਹੁੰਦੇ ਆ, ਬਾਕੀ ਫਸਲਾਂ ਉਹਦੇ 'ਚ ਨਹੀਂ ਹੁੰਦੀਆਂ। ਇਸ ਕਰਕੇ ਇੱਕ ਨਵਾਂ ਮਾਡਲ ਅਸੀਂ ਪੇਸ਼ ਕੀਤਾ। ਇਹ ਮਾਡਲ ਨੂੰ ਦਿੱਤੇ ਨੂੰ ਸਾਨੂੰ ਤਕਰੀਬਨ 10 ਸਾਲ ਹੋ ਗਏ ਆ। ਅਫਸੋਸ ਦੀ ਗੱਲ ਇਹ ਆ ਕਿ ਕਦੀ ਵੀ ਕਿਸੇ ਡਿਪਾਰਟਮੈਂਟ ਨੇ, ਐਗਰੀਕਲਚਰ ਨੇ, ਯੂਨੀਵਰਸਿਟੀ ਨੇ ਤਰੱਦਦ ਨਹੀਂ ਕੀਤਾ ਕਿ ਕਿਸਾਨਾਂ ਨੂੰ ਲਿਆ ਕੇ ਤੇ ਅਸੀਂ ਇਹ ਦਿਖਾ ਸਕੀਏ ਕਿ ਇਸ ਤਰੀਕੇ ਦੇ ਨਾਲ ਵਾਤਾਵਰਨ ਸ਼ੁੱਧ ਰਹੇਗਾ, ਪੰਛੀ ਬੈਠਣਗੇ, ਉਹਨਾਂ ਦਾ ਰਹਿਣ ਬਸੇਰਾ ਆ, ਔਰ ਵਾਯੂਮੰਡਲ ਸ਼ੁੱਧ ਹੋਏਗਾ, ਬਰਸਾਤ ਲਿਆਉਣ 'ਚ ਸਹਾਈ ਹੋਣਗੇ, ਔਰ ਇਹਨਾਂ ਦੇ ਕਿੰਨੇ ਫਾਇਦੇ ਨੇ, ਔਰ ਆਮਦਨ ਵੀ ਸਾਡੀ ਵਧੇਗੀ। ਹਾਂਜੀ, ਅਤੇ ਇਹ ਇੱਕ ਫਾਰਮੂਲਾ ਜਿਹੜਾ ਆ ਅਸੀਂ ਥੋੜ੍ਹੀ ਮਿਹਨਤ ਕਰਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਫਾਰਮੂਲਾ ਤਿਆਰ ਕੀਤਾ ਸੀਗਾ। ਔਰ ਰਵਾਇਤੀ ਪਾਪੂਲਰ ਜਿਹੜਾ ਬੀਜਦੇ ਆ ਆਪਾਂ ਜੀ, ਉਹਦੇ ਵਿੱਚ ਤਾਂ ਛੋਟੀਆਂ ਹੀ ਫਸਲਾਂ, ਹਾਂਜੀ, ਜਿੱਦਾਂ ਮੈਂ ਦੇਖ ਰਿਹਾ ਵੀ ਜਿਹੜੀਆਂ ਉੱਚੇ ਕੱਦ ਵਾਲੀਆਂ ਫਸਲਾਂ ਵੀ ਸਫਲਤਾ ਨਾਲ ਹੋ ਉਹ ਜੀ ਊਰਜਾ ਜਿਹੜੀ ਆ ਉਹ ਜੀਵਨ ਆ। ਹਾਂਜੀ, ਕਿਉਂਕਿ ਊਰਜਾ ਪੂਰੀ ਮਿਲਦੀ ਆ। ਹਾਂਜੀ, ਸਨਲਾਈਟ ਜਿਹੜੀ ਆ, ਇਸ ਕਰਕੇ ਜਿਹੜੀ ਕੋਈ ਵੀ ਕ੍ਰੌਪਸ ਆ ਉਹ ਤੁਸੀਂ ਦੇਖੋ, ਇੱਕ ਦਰਖਤ ਵੱਡਾ ਆ, ਇੱਕ ਉਹਦੇ ਲਾਗੇ ਛੋਟਾ ਹੁੰਦਾ ਆ। ਜਿਸ ਪਾਸੇ ਛੋਟੇ ਦਰਖਤ ਨੂੰ ਊਰਜਾ ਮਿਲਦੀ, ਉਹਦਾ ਝੁਕਾਅ ਉਸ ਪਾਸੇ ਨੂੰ ਹੁੰਦਾ ਆ। ਇਸ ਕਰਕੇ ਇਹ ਊਰਜਾ ਦੀ ਕੋਈ ਪ੍ਰੋਬਲਮ ਨਹੀਂ ਗੀ। ਅਤੇ ਇਹ ਜਿਹੜੇ ਹੁਣ ਇਹ ਜਿਹੜਾ ਸ਼ੂਗਰ ਕੇਨ ਫੋਡਰ ਆ, ਇਹ ਸਾਨੂੰ ਤਕਰੀਬਨ 2.25 ਸਾਲ ਹੋ ਚੱਲੇ ਆ। ਔਰ ਇਹ ਅਸੀਂ ਮੇਰਾ ਖਿਆਲ ਹੈ ਘੱਟ ਤੋਂ ਘੱਟ 12-13 ਵਾਰ ਇਹ ਕੱਟ ਚੁੱਕੇ ਹਾਂ। ਹਾਂਜੀ, ਔਰ ਇਹ ਬੜਾ ਸੰਗਤਾਂ ਨੂੰ ਅਸੀਂ ਬੀਜ ਵੰਡਿਆ ਕਿ ਇੱਕ ਤਾਂ ਨੈਪਿਨ ਬਾਜਰਾ ਨਾ, ਇਹ ਉਹ ਨਹੀਂ ਗਾ। ਹਾਂਜੀ, ਇਹ ਕਿਸੇ ਜ਼ਮਾਨੇ 'ਚ ਕਾਠਾ ਕਮਾਦ ਹੁੰਦਾ ਸੀ ਨਾ, ਪਤਲਾ ਕਾਨੇ ਵਰਗਾ, ਇਹ ਉਸੇ ਦੀ ਇੱਕ ਲੱਗਦੀ ਕੋਈ ਵੈਰਾਈਟੀ ਆ। ਹਾਂਜੀ, ਉਹ ਨਹੀਂ, ਵੈਸੇ ਵੈਰਾਈਟੀ ਉੱਦਾਂ ਦੀ। ਔਰ ਇਹ ਜਦੋਂ ਅਸੀਂ ਪਸ਼ੂਆਂ ਨੂੰ ਪਾਉਂਦੇ ਹਾਂ, ਪ੍ਰੋਟੀਨ ਬਹੁਤ, ਇਹ 'ਚ ਕਾਰਬੋਹਾਈਡਰੇਟਸ ਬਹੁਤ ਆ। ਔਰ ਇਹਦੀ ਟਿਲਰਿੰਗ ਜਿਹੜੀ ਆ ਤੁਸੀਂ ਦੇਖ ਰਹੇ ਹੋ, ਇਹ 60 ਦੇ ਕਰੀਬ ਇੱਕ ਪੌਦੇ ਤੋਂ ਸ਼ਾਖਾ ਜਿਹੜੀਆਂ ਇਹਦੀਆਂ, ਇਹ ਸਾਰਾ ਬੱਟਾਂ ਦੇ ਉੱਤੇ ਆ। ਔਰ ਬੈੱਡ ਪਲਾਂਟਰ ਦੇ ਨਾਲ ਇਹਦੀ ਅਸੀਂ ਗੋਡੀ ਵੀ ਕਰ ਦਿੰਦੇ ਹਾਂ। ਹਾਂਜੀ, ਹੁਣ ਅਸੀਂ ਇਹਨੂੰ ਅੱਜ ਭਲਕ ਪਾਣੀ ਦੀ ਬੜੀ ਕਮੀ ਆ, ਪਾਣੀ ਦੇਣਾ ਆ। ਔਰ ਕੋਸ਼ਿਸ਼ ਸੀਗੀ ਵੀ ਥੋੜ੍ਹਾ ਟਾਈਮ ਨਹੀਂ ਮਿਲਿਆ ਕਿ ਇਹਦੇ ਵਿੱਚ ਟਰੈਕਟਰ ਜਿਹੜਾ ਸੀ ਬੈੱਡ ਪਲਾਂਟਰ ਇੱਕ ਵਾਰ ਨਿਕਲ ਜਾਂਦਾ, ਕਿਉਂਕਿ ਇਹ 2.5 ਫੁੱਟ ਚੌੜਾ ਬੈੱਡ ਆ। ਹਾਂਜੀ, ਅਤੇ 2.5 ਫੁੱਟ ਦੀ ਦੂਰੀ 'ਤੇ ਇੱਕ ਅੱਖ ਲਾਉਣੀ ਆ, ਸਿਰਫ ਇੱਕ ਅੱਖ ਤੋਂ ਹੀ ਇਹ ਸਾਰੀ ਟਿਲਰਿੰਗ ਜਿਹੜੀ ਆ ਹੋਈ ਆ। ਤੁਸੀਂ ਸਾਹਮਣੇ ਦੇਖ ਰਹੇ ਹੋ ਕੱਟਿਆ ਹੋਇਆ ਜਿਹੜਾ। ਔਰ ਇਹ ਬੜਾ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਕਰਦਾ ਰਹਿੰਦਾ ਆ, ਬਦੋਬਦੀ ਕਹੀਦਾ ਵੀ ਲੈ ਕੇ ਜ਼ਰੂਰ ਜਾਓ, ਇਹ ਤੁਸੀਂ ਇਹਨੂੰ ਬੀਜੋ, ਕਿਉਂਕਿ ਬਾਰ-ਬਾਰ ਫਸਲ ਨਹੀਂ ਵਾਹੁਣੀ ਪਏਗੀ, ਬਾਰ-ਬਾਰ ਬੀਜ ਨਹੀਂ ਪਾਉਣਾ ਪਏਗਾ। ਔਰ ਸਾਡੇ ਚਾਰੇ ਦਾ ਜਿਹੜਾ ਮਸਲਾ ਹੱਲ ਹੋਏਗਾ, ਜ਼ਮੀਨ ਜਿਹੜੀ ਉਹਦੀ ਫਰਟਾਈਲ ਸ਼ਕਤੀ ਵਧੇਗੀ। ਹਾਂ, ਪਾਣੀ ਦੀ ਖਪਤ ਵੀ ਆਮ ਨਾਲੋਂ ਘੱਟ ਆ, ਕਿਉਂਕਿ ਪਾਣੀ ਦੀ ਖਪਤ ਇਸ ਕਰਕੇ ਘੱਟ ਆ ਕਿ ਉੱਤੇ ਝਾੜ
ਇੱਕ ਛਾਂ, ਹਾਂਜੀ, ਇੱਕ ਜਿਹਨੂੰ ਕਹਿ ਦਿਓ ਨਾ ਚੱਦਰ ਤਾਣੀ ਹੋਈ ਆ, ਜਿਹਦੇ ਨਾਲ ਥੱਲੇ ਜਿਹੜੀ ਆ ਉਹ ਗਰਮ ਹਵਾ ਔਰ ਧੁੱਪ ਜਿਹੜੀ ਆ ਉਹ ਬਹੁਤ ਜ਼ਿਆਦਾ ਇਹਨਾਂ ਦਿਨਾਂ 'ਚ ਅਸਰ ਨਹੀਂ ਕਰਦੀ। ਇਸ ਕਰਕੇ ਜੇ ਨੰਗੀ ਧਰਤੀ ਵੱਟਾਂ ਕਰਕੇ, ਹਾਂਜੀ, ਔਰ ਇਹਦੇ ਵਿੱਚ ਪਾਪੂਲਰ ਆ। ਦੂਸਰਾ ਅਸੀਂ ਹੁਣ ਜਿਵੇਂ ਜਿਹੜਾ ਨੈਕਸਟ ਫਰਵਰੀ ਆਏਗਾ, ਇਹਦੇ ਜਿਹੜੇ ਨਵੇਂ ਪੌਦੇ ਲਾਏ ਆ ਉਹਨਾਂ ਦੇ ਦੋਵੇਂ ਪਾਸੇ ਅਸੀਂ 2.5 ਫੁੱਟ ਦੀ ਦੂਰੀ ਤੇ ਗੰਨਾ ਵੀ ਲਾਵਾਂਗੇ। ਇਹਦੇ ਵਿੱਚ ਘੱਟ ਤੋਂ ਘੱਟ ਸਾਡੀਆਂ 12-13 ਲਾਈਨਾਂ ਗੰਨਾ ਵੀ ਹੋਏਗਾ, ਔਰ ਉਹ ਜਿਹੜਾ ਗੰਨਾ ਹੈ 140 ਕੁਇੰਟਲ 130 ਕੁਇੰਟਲ ਦੇ ਕਰੀਬ ਗੰਨਾ ਵੀ ਹੋਏਗਾ, ਚਾਰਾ ਵੀ ਹੋਏਗਾ, ਹਾਂਜੀ, ਕਿਉਂਕਿ ਆਹ ਜਿਹੜੇ ਪਾਪੂਲਰ ਲੱਗੇ ਸੀ ਇਹਨਾਂ ਦੇ ਦੁਆਲੇ ਗੰਨਾ ਸੀ ਤੇ ਇੱਕ ਅਸੀਂ ਪਟਾ ਦਿੱਤਾ ਸੀਗਾ, ਔਰ ਨਵਾਂ ਜਿਹੜਾ ਸੀ ਉਹਦੇ ਲਾਉਣਾ ਸੀਗਾ। ਫਿਰ ਪਸ਼ੂਆਂ ਦਾ ਚਾਰਾ ਲੈਣ ਵਾਸਤੇ ਜਿਹੜਾ ਸੀ ਉਹਦੇ ਦੁਆਲੇ ਅਸੀਂ ਉਹ ਨਹੀਂ ਲਾ ਸਕੇ। ਇਹ ਮਤਲਬ ਐਟ ਏ ਟਾਈਮ 3 ਫਸਲਾਂ ਜਿਹੜੀਆਂ ਸੀ ਇਹਦੇ ਵਿੱਚ ਵੀ ਅਸੀਂ ਪੈਦਾ ਕਰ ਲੈਂਦੇ ਹਾਂ, ਹਾਂਜੀ। ਅੱਗੇ ਤੁਹਾਨੂੰ ਮੈਂ ਦਿਖਾਉਣਾ ਆ, ਉਹਦੇ ਵਿੱਚ ਅਸੀਂ ਜਿਹੜੀ ਭਿੰਡੀ ਬੀਜੀ ਹੋਈ ਆ, ਭਿੰਡੀ ਜਿਹੜੇ ਅਸੀਂ ਬੈੱਡ ਬਣਾਉਂਦੇ ਆ ਇਹ ਸਾਰੇ ਉੱਤਰ ਦੱਖਣ, ਹਾਂਜੀ, ਉੱਤਰ ਦੱਖਣ ਕਿਉਂ ਬਣਾਉਂਦੇ ਆ, ਹਾਂਜੀ, ਇਹ ਵੀ ਇੱਕ ਕੁਐਸਚਨ ਆ। ਕਿਉਂਕਿ ਡਿਪਾਰਟਮੈਂਟ ਜਦੋਂ ਗੰਨਾ ਲਗਾਉਂਦਾ ਸੀ ਤੇ ਉਹ ਪੂਰਬ ਪੱਛਮ ਲਾਉਂਦਾ ਸੀਗਾ। ਤੁਸੀਂ ਹੱਥ ਦੀਆਂ ਉਂਗਲਾਂ ਖੜੀਆਂ ਕਰ ਲਓ, ਪੂਰਬ ਪੱਛਮ, ਇੱਕ ਨੇ ਦੂਜੀ ਨੂੰ ਛਾਂ ਕੀਤੀ, ਦੂਜੀ ਨੇ ਤੀਜੀ ਨੂੰ ਕੀਤੀ। ਜਦੋਂ ਤੁਸੀਂ ਉਹਦੀ ਡਾਇਰੈਕਸ਼ਨ ਚੇਂਜ ਕਰ ਲਓ, 12 ਵਜੇ ਤੱਕ ਇੱਕ ਪਾਸੇ ਧੁੱਪ ਪੈ ਰਹੀ ਆ, 12 ਵਜੇ ਤੋਂ ਬਾਅਦ ਦੂਜੇ ਪਾਸੇ ਧੁੱਪ ਪੈ ਰਹੀ ਆ, ਔਰ ਊਰਜਾ ਹੀ ਜੀਵਨ ਆ, ਹਾਂਜੀ। ਹਾਂ, ਆ ਜੀ ਇੱਕ ਪੌਦਾ ਮੈਂ ਤੁਹਾਨੂੰ ਦਿਖਾਉਣਾ ਆ, ਆ ਜਾਓ, ਹਾਂਜੀ। ਇਹ ਜਿਹੜਾ ਪੌਦਾ ਆ ਇਹ ਤੁਸੀਂ YouTube ਤੇ ਵੀ ਦੇਖ ਸਕਦੇ ਹੋ। ਇਹਦਾ ਨਾਂ ਅਗਰਵੁੱਡ, ਅਗਰਵੁੱਡ, ਅਗਰਵੁੱਡ ਉਹ ਪੌਦਾ ਆ ਜਿਹਦੇ ਵਿੱਚੋਂ ਨੈਚੁਰਲ ਸੈਂਟ ਨਿਕਲਦਾ। ਜਿਹੜਾ ਮਾफ़ ਕਰਨਾ ਅਸੀਂ ਸੈਂਟ ਵਰਤਦੇ ਹਾਂ ਉਹ ਕੈਮੀਕਲ ਹੈ, ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ। ਚਾਹੇ ਸੈਂਟ ਤੁਸੀਂ ਆਪਣੇ ਕੱਪੜਿਆਂ 'ਤੇ ਲਾਉਂਦੇ ਹੋ, ਚਾਹੇ ਤੁਸੀਂ ਸ਼ਰਧਾ ਦੇ ਨਾਲ ਕਿਸੇ ਆਪਣੇ ਪਵਿੱਤਰ ਧਾਰਮਿਕ ਸਥਾਨ 'ਤੇ ਲਿਜਾਂਦੇ ਹੋ, ਪਰ ਇਹ ਅਗਰਵੁੱਡ ਜਿਹੜਾ ਆ ਇਹਦੇ ਵਿੱਚੋਂ 9 ਸਾਲ ਦਾ ਇਹ ਪੌਦਾ ਜਿਹੜਾ ਆ ਪੌਣੇ 2 ਕਰੋੜ ਰੁਪਏ ਦੀ ਕੀਮਤ ਆ। ਅਸੀਂ ਰੰਗਾਬਾਦ ਤੋਂ ਇਹ ਪੌਦੇ 5-4 ਮੰਗਾਏ ਸੀ, ਆ ਲਾਏ ਹੋਏ ਆ। ਇਹਦੀ ਉਮਰ ਜਿਹੜੀ ਆ 1.5 ਸਾਲ ਹੋ ਗਈ ਆ। ਦੇਖੋ ਸਾਡੀ ਟਰਾਈ ਆ ਕਿ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਅਸੀਂ ਇਹ ਥੋੜ੍ਹੇ ਪੌਦੇ 5-4 ਲਾਏ ਆ, ਔਰ ਇਹ ਐਂ ਲੱਗਦਾ ਆ ਕਿ ਹੁਣ ਇਹ ਅੱਗੋਂ ਹੋ ਜਾਣਗੇ। ਔਰ ਜਿਹੜੀ ਇਹਦੀ ਅਗਰਵੁੱਡ ਦੀ ਸਮੈਲ ਹੋਏਗੀ, ਜਿਹੜਾ ਸੈਂਟ ਦੀ, ਉਹ ਤਕਰੀਬਨ 8 ਸਾਲ ਜੋ ਮੈਨੂੰ ਪਤਾ ਲੱਗਾ ਸਟੱਡੀ ਕੀਤਿਆਂ 8 ਸਾਲ ਬਾਅਦ ਔਰ 9 ਸਾਲ ਬਾਅਦ ਇਹ ਪੌਣੇ ਕੁ 2 ਕਰੋੜ ਰੁਪਏ ਦੀ ਕੀਮਤ ਜਿਹੜੀ ਆ ਉਹ ਹੋਏਗੀ। ਕੀਮਤ ਨੂੰ ਛੱਡੋ, ਹਾਂਜੀ, ਜਿਹੜਾ ਪੌਦਾ ਆ ਸਾਨੂੰ ਤਾਂ ਉਹਦੇ ਵੱਲ ਦੇਖਣਾ ਚਾਹੀਦਾ, ਹਾਂਜੀ, ਕਿ ਇਸ ਪੌਦੇ ਦਾ ਸਾਨੂੰ ਕੀ ਲਾਭ ਆ, ਹਾਂਜੀ। ਕਿਉਂ ਇਹ ਇੱਕ ਸ਼ੁੱਧ ਸੈਂਟ ਜਿਹੜਾ ਸਾਨੂੰ ਜਿਹੜੇ ਸਾਡੇ ਪਵਿੱਤਰ ਸਥਾਨ ਆ, ਹਾਂਜੀ, ਜਿੱਥੇ ਅਸੀਂ ਸਵੇਰੇ ਸੁਬਾਹ ਨਤਮਸਤਕ ਹੁੰਦੇ ਆ, ਹਮੇਸ਼ਾ ਯਾਦ ਰੱਖਦੇ ਆ, ਉੱਥੇ ਵਰਤੋਂ ਦੇ ਵਿੱਚ ਆਏਗਾ। ਨਕਲੀ ਸੈਂਟ ਜਿਹੜਾ ਆ ਉਹ ਨਹੀਂ ਆਏਗਾ। ਫਿਰ ਬਾਬੇ ਦੀ ਉਸ ਗੱਲ 'ਤੇ ਅਸੀਂ ਪਹਿਰਾ ਦੇ ਦਿੱਤਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਸਾਨੂੰ ਜ਼ਰੂਰ ਸੋਚਣਾ ਚਾਹੀਦਾ। ਇਸ ਕਰਕੇ ਇਹ ਇੱਥੇ ਜਿਹੜਾ ਸੀ ਇਹ ਲਾਇਆ ਗਿਆ। ਔਰ ਅੱਗੇ ਤੁਸੀਂ ਭਿੰਡੀ ਦਾ ਖੇਤ ਦੇਖ ਰਹੇ ਹੋ। ਉਸ ਤੋਂ ਇਲਾਵਾ ਅੱਗੇ ਵੱਡੀ ਭਿੰਡੀ ਆ ਜਿਹੜੀ ਅਸੀਂ ਕਟਾਈ ਕਰ ਰਹੇ ਹਾਂ, ਔਰ ਇਹ ਜਿਹੜੀ ਭਿੰਡੀ ਆ ਇਹ ਬੈੱਡਾਂ ਦੇ ਉੱਤੇ ਆ, ਔਰ ਇਹ ਵੀ ਬੈੱਡ ਜਿਹੜੇ ਉੱਤਰ ਦੱਖਣ ਆ, ਹਾਂਜੀ। ਇਹ ਹੁਣ ਭਿੰਡੀ ਜਿੱਦਣ ਵੱਤਰ ਆ ਜਾਏਗਾ, ਪਾਣੀ ਲਾਇਆ ਜਿਹਨੂੰ ਅਸੀਂ ਦੂਸਰਾ ਪਾਣੀ, ਇਹ 'ਚ ਅਸੀਂ ਬੈੱਡ ਪਲਾਂਟਰ ਕੱਢਾਂਗੇ ਟਰੈਕਟਰ ਦੇ ਨਾਲ। 80% ਗੋਡੀ ਜਿਹੜੀ ਆ ਇਹਦੀ ਹੋ ਜਾਏਗੀ, 80% ਦੇ ਕਰੀਬ, 85%, ਕਿਉਂਕਿ ਸਿਰੇ ਤੋਂ ਸਿਰਫ ਜਿਹੜਾ ਕੋਈ ਨਦੀਨ ਆ ਉਹ ਥੋੜ੍ਹਾ ਰਹਿ ਜਾਏਗਾ, ਖਰਪਤਵਾਰ ਜਿਹਨੂੰ ਆਪਾਂ ਕਹਿ ਦਿੰਦੇ ਆ, ਵੇਸਟ ਜਿਹੜੀ ਆ। ਬਾਕੀ ਜਿਹੜੀ ਆ ਗੁਡਾਈ ਟਰੈਕਟਰ ਦੇ ਨਾਲ ਬੜੀ ਆਸਾਨੀ ਦੇ ਨਾਲ ਹੋ ਜਾਏਗੀ। ਇਹ ਸਾਰਾ ਖੇਤ ਜਿਹੜਾ ਆ ਇਹ ਭਿੰਡੀ ਨਜ਼ਰ ਆ ਰਹੀ ਆ। ਇੱਧਰ ਜਿਹੜਾ ਮੈਂ ਦਿਖਾ ਰਿਹਾ ਪਸ਼ੂਆਂ ਦਾ ਚਾਰਾ, ਹਾਂਜੀ, ਇਹ ਸਾਰੇ ਜ਼ਿਮੀਂਦਾਰ ਭਰਾਵਾਂ ਦੇ ਬੜਾ ਹੈ ਤੇ ਸਾਰੀਆਂ ਨੋਟ ਕਰਨ ਵਾਲੀਆਂ ਗੱਲਾਂ ਨੇ। ਪਰ ਜਿਹੜਾ ਤੁਸੀਂ ਚਾਰਾ ਬੀਜਦੇ ਹੋ ਜ਼ਿਮੀਂਦਾਰ ਵੀਰ ਮੇਰੇ, ਉਹ ਜਾਂ ਤਾਂ ਇਕੱਲੀ ਮੱਕੀ ਬੀਜਦੇ ਆ ਜਾਂ ਇਕੱਲਾ ਬਾਜਰਾ ਬੀਜਦੇ ਆ, ਹਾਂਜੀ। ਔਰ ਇਹ ਜਿਹੜਾ ਚਾਰਾ ਆ ਇਹ 6 ਵੈਰਾਈਟੀਆਂ ਨੇ ਇਹਦੇ ਵਿੱਚ। ਇਹਦੇ 'ਚ ਮੂੰਗੀ ਵੀ ਆ, ਇਹਦੇ ਵਿੱਚ ਲੋਬੀਆ, ਹਰਵਾਂ, ਕੌਪੀਸ ਜਿਹਨੂੰ ਕਹਿ ਦਿੰਦੇ ਆਪਾਂ। ਸਭ ਤੋਂ ਪਿੱਤਰ ਦਾਲ, ਮੈਂ ਇੱਕ ਕੁਐਸਚਨ ਕੀਤਾ ਸੀਗਾ ਵਿੱਚੇ ਰਹਿ ਗਿਆ ਸੀ ਵੀ ਸਭ ਤੋਂ ਪਿੱਤਰ ਦਾਲ ਕਿਹੜੀ ਆ ਜਿਹੜੀ ਸਾਡੀ ਫੂਡ ਵੈਲਿਊ ਅਨੁਸਾਰ, ਉਹ ਹਰਵਾਂ ਦੀ ਦਾਲ ਆ। ਜਿਹੜਾ ਮੇਰਾ ਖਿਆਲ ਕਿਸੇ ਨੂੰ ਪੁੱਛ ਲਓ, ਕਿਸੇ ਨੇ ਮਸਰਾਂ ਦੀ ਕਹਿ ਦੇਣੀ, ਕਿਸੇ ਨੇ ਛੋਲਿਆਂ ਦੀ ਕਹਿ ਦੇਣੀ ਆ। ਔਰ ਹਰਵਾਂ ਦੀ ਦਾਲ ਮਾਲਵੇ 'ਚ ਚੌਲੇ ਕਹਿੰਦੇ ਆ। ਔਰ ਆਹ ਦੇਖੋ ਮੈਂ ਜਿਹੜੀਆਂ ਫਲੀਆਂ ਤੁਹਾਨੂੰ ਦਿਖਾ ਰਿਹਾ, ਇਹ ਮੂੰਗੀ ਦੀਆਂ ਫਲੀਆਂ ਨੇ। ਹੁਣ ਇਹ ਚਾਰਾ ਹਾਲੀ ਅਸੀਂ ਕੱਟਾਂਗੇ ਹਫ਼ਤੇ ਬਾਅਦ। ਹਫ਼ਤੇ ਬਾਅਦ ਇਹਦੀ ਗਰੋਥ ਜਿਹੜੀ ਆ ਇਹ 5 ਫੁੱਟ ਤੋਂ ਉੱਪਰ ਚਲੀ ਜਾਏਗੀ, ਹਾਂਜੀ, ਕਿਉਂਕਿ ਪਾਣੀ ਸ਼ਾਇਦ ਕੱਲ੍ਹ ਨੂੰ ਆ ਜਾਏਗਾ। ਔਰ ਇਹਦੇ ਵਿੱਚ ਸਵਾਂਕ ਵੀ ਆ, ਮਿਲਟਸ, ਸਵਾਂਕ ਨੂੰ ਵੀ ਜਿਹੜੀਆਂ ਉਹ ਫਲੀਆਂ, ਉਹ ਜਿਹੜੀ ਉਹਦੀ ਸਿੱਟਾ ਉਹ ਆਏਗਾ।
ਔਰ ਲੋਬੀਆ ਜਿਹੜਾ ਆ ਉਹਨੂੰ ਵੀ ਫਲੀ ਆਏਗੀ, ਮੂੰਗੀ ਨੂੰ ਵੀ ਫਲੀ ਆ ਗਈ, ਬਾਜਰੇ ਨੂੰ ਵੀ ਸਿੱਟਾ ਨਿਕਲ ਆਇਆ। ਹੁਣ ਇੱਥੇ ਕੁਐਸਚਨ ਇਹ ਆ ਕਿ ਕਿੰਨੇ ਬਣਾਇਆ ਤੇ ਕਿੰਨੇ ਖਾਦਾ। ਮੱਕੀ ਨੇ ਖਾਦਾ, ਨੋਕਦਾਰ ਪੱਤੇ ਖਾ ਰਹੇ ਆ, ਜਿਹੜੇ ਗੋਲ ਪੱਤੇ ਫਲੀਦਾਰ ਪੱਤੇ ਆ ਉਹ ਬਣਾ ਰਹੇ ਆ। ਮੂੰਗੀ ਨੇ ਨਾਈਟ੍ਰੋਜਨ ਬਣਾ ਦਿੱਤੀ ਨੈਕਸਟ ਕ੍ਰੌਪਸ ਵਾਸਤੇ, ਲੋਬੀਏ ਨੇ ਉਸ ਤੋਂ ਵੱਧ ਨਾਈਟ੍ਰੋਜਨ ਬਣਾ ਦਿੱਤੀ ਅਗਲੀ ਫਸਲ ਵਾਸਤੇ, ਜਿਹੜਾ ਸਵਾਂਖ ਆ ਉਹਨੇ ਵੀ ਨਾਈਟ੍ਰੋਜਨ ਬਣਾ ਦਿੱਤੀ। ਜੇ ਕੰਗਣੀਆਂ ਵਿੱਚ ਕਿਤੇ ਕਿਤੇ ਨਜ਼ਰ ਆਏਗੀ ਔਰ ਉਹਨੇ ਵੀ ਨਾਈਟ੍ਰੋਜਨ ਜਿਹੜੀ ਆ ਬਣਾ ਦਿੱਤੀ। ਮੱਕੀ ਨੇ ਖਾਣੀ ਆ, ਬਾਜਰੇ ਨੇ ਖਾਣੀ ਆ। ਇੱਕ ਲੈਵਲ ਜਿਹੜਾ ਆ ਬਣਿਆ ਰਹੇਗਾ। ਜਿਵੇਂ ਪਹਿਲਾਂ ਜ਼ਿਮੀਂਦਾਰ ਭਰਾ ਕਣਕ ਦੇ ਵਿੱਚ ਛੋਲੇ ਬੀਜਦੇ ਸੀ, ਕਣਕ ਦੇ ਵਿੱਚ ਮਸਰ ਬੀਜਦੇ ਸੀ। ਔਰ ਛੋਲੇ ਕਿਉਂ ਬੀਜਦੇ ਸੀ? ਕਿਉਂਕਿ ਕਣਕ ਖਾ ਰਹੀ ਆ ਔਰ ਛੋਲੇ ਜਿਹੜੇ ਸੀ ਉਹ ਨਾਈਟ੍ਰੋਜਨ ਬਣਾ ਰਹੇ ਆ। ਹਾਂਜੀ, ਪਰ ਅਸੀਂ ਉਸ ਕਨਸੈਪਟ ਨੂੰ, ਸਿਸਟਮ ਨੂੰ ਭੁੱਲ ਗਏ, ਜਿਹਦੇ ਕਰਕੇ ਹੁਣ ਅਸੀਂ ਕੀ ਉਹ ਜਿਹਨੂੰ ਪੰਜਾਬੀ 'ਚ ਕਹੀਏ ਵੀ ਧੱਕੇ ਖਾ ਰਹੇ ਹਾਂ। ਹਾਂਜੀ, ਕਿਉਂ ਖਾ ਰਹੇ ਹਾਂ? ਕਿਉਂਕਿ ਸਾਡੇ ਕੁਛ ਜਿਹੜੀ ਸਾਡੇ ਅਗਵਾਈ ਵਾਲੇ ਆ ਉਹਨਾਂ ਦੀਆਂ ਗਲਤੀਆਂ ਲਾ ਲਓ, ਕੁਛ ਸਾਡੀਆਂ ਗਲਤੀਆਂ ਲਾ ਲਓ, ਜਿਹੜੇ ਪਿੱਛੇ ਤੁਰ ਕੇ ਚਲੇ ਗਏ ਉਹਨਾਂ ਦੇ, ਸਾਡੀਆਂ ਵੀ ਗਲਤੀਆਂ ਲਾਓ। ਔਰ ਇਹ ਚਾਰਾ ਜਿਹੜਾ ਆ ਤੁਸੀਂ ਦੇਖੋ ਸਾਰਾ ਹਰਵਾਂ ਦੇ ਜਿਹੜੇ ਉੱਪਰ ਇਹ ਹਰਵਾਂ ਆ, ਆ ਦੇਖੋ ਨਾ, ਇਹ ਹਰਵਾਂ ਦਾ ਪੱਤਾ, ਇਹਨੂੰ ਫਲਾਵਰ ਆਉਣ ਵਾਲੇ ਆ, ਫਿਰ ਫਲੀ ਆਏਗੀ। ਔਰ ਜਦੋਂ ਫਲੀ ਆਏਗੀ ਤੇ ਪਸ਼ੂ ਨੂੰ ਫੀਡ ਦੀ ਲੋੜ ਨਹੀਂ, ਕਿਉਂਕਿ ਫੀਡ ਤੇ ਆਲਰੇਡੀ ਮਿਲ ਰਹੀ ਪਸ਼ੂ ਨੂੰ। ਹੁਣ ਇੱਥੇ ਕੁਐਸਚਨ ਇਹ ਹੈ ਕਿ ਸਾਡੇ ਜ਼ਿਮੀਂਦਾਰ ਭਰਾ ਨਹੀਂ ਬੀਜਦੇ, ਬਾਜ਼ਾਰਾਂ ਦੇ ਵਿੱਚ ਦੁਕਾਨਾਂ ਤੇ ਮਿਲਣੋਂ ਹੀ ਹਟ ਗਿਆ ਲੋਬੀਆ। ਮੈਂ ਦਿੱਲੀ ਤੋਂ ਮੰਗਾਇਆ, ਖਾਲਸਾ ਕਾਲਜ ਦਾ ਵੀ ਚੌਂਕੀਦਾਰ ਆ ਮੇਰੇ ਕੋਲ ਆ, ਇੱਥੋਂ ਦਾ ਵੀ ਆ। ਔਰ ਉੱਥੇ ਵੀ ਕੁਇੰਟਲ ਮੰਗਾਇਆ, ਇੱਥੇ 2 ਕੁਇੰਟਲ ਮੰਗਾਇਆ, ਕਿਉਂਕਿ ਸਾਡੇ ਕੋਲ ਡੰਗਰ ਤਕਰੀਬਨ 370-80 ਡੰਗਰ ਨੇ ਪਸ਼ੂ। ਔਰ ਉਹ ਅਸੀਂ ਜਿਹੜਾ ਚਾਰਾ ਆ ਉਹ ਇੱਕ ਸੰਤੁਲਿਤ ਡਾਈਟ, ਜਿਵੇਂ ਸਾਨੂੰ ਲੋੜ ਆ ਇਵੇਂ ਪਸ਼ੂ ਨੂੰ ਲੋੜ ਆ। ਤੇ ਇਸ ਕਰਕੇ ਅਸੀਂ ਹੁਣ ਜੱਟ ਵੀਰ ਸਾਡੇ ਜਿਹੜੇ ਉਹ ਇਸ ਕਰਕੇ ਨਹੀਂ ਬੀਜਦੇ ਜੀ, ਵੱਡੇ ਨਹੀਂ ਜਾਂਦੇ। ਜਦੋਂ ਵੱਡਾ ਹੁੰਦਾ ਆ ਇਹ ਇੱਕ ਦੂਜੇ ਨੂੰ ਚੰਬੜ ਜਾਂਦੇ ਆ। ਹਾਂਜੀ, ਅਸੀਂ ਥੋੜਾ ਟਾਈਮ ਲੱਗ ਜਾਏਗਾ ਵੱਢਣ ਲਈ, ਪਰ ਡਾਈਟ ਤੇ ਸੰਤੁਲਿਤ ਹੈ ਨਾ ਪਸ਼ੂ ਨੂੰ ਜਿਹੜੀ ਦੇਣੀ ਆ, ਫਿਰ ਅਸੀਂ ਦੁੱਧ ਪੀਣਾ। ਜੇ ਡਾਈਟ ਸੰਤੁਲਿਤ ਫੀਡ ਲਈ ਤੇ ਪਸ਼ੂ ਦਾ ਦੁੱਧ ਵੀ ਜਿਹੜਾ ਉਹਦੇ 'ਚ ਫੂਡ ਵੈਲਿਊ ਉਹਦੀ ਹੈਗੀ, ਸਾਰੇ ਤੱਤ ਹੈਗੇ ਆ। ਇਹ ਗੱਲਾਂ ਸਾਨੂੰ ਨਹੀਂ ਭੁੱਲਣੀਆਂ ਚਾਹੀਦੀਆਂ ਕਿ ਪਸ਼ੂ ਨੂੰ ਅਸੀਂ ਕੀ ਪਾ ਰਹੇ ਹਾਂ ਔਰ ਦੁੱਧ ਕਿੱਦਾਂ ਦਾ ਲੈ ਰਹੇ ਹਾਂ। ਧਰਤੀ ਦੇ ਵਿੱਚੋਂ ਜ਼ਿੰਕ ਖਤਮ ਹੋ ਗਈ, ਜ਼ਿੰਕ ਖਤਮ ਹੋਣ ਦੇ ਨਾਲ ਆਲ ਓਵਰ ਫਰਟੀਲਿਟੀ ਘਟ ਗਈ। ਆਲ ਲਿਵਿੰਗ ਥਿੰਗਸ, ਜਿੰਨੇ ਵੀ ਕੀੜੇ ਮਕੌੜੇ ਪੰਛੀ ਜਾਨਵਰ ਆ, ਇਹਨਾਂ ਸਾਰਿਆਂ 'ਚ। ਔਰ ਤੁਸੀਂ ਵੇਖੋ ਟੈਸਟ ਟੂ ਬੇਬੀ ਕਿਉਂ ਆਇਆ? ਟੈਸਟ ਟੂ ਬੇਬੀ ਆਉਣ ਦਾ ਕਾਰਨ ਇਹ ਆ ਕਿ ਜ਼ਮੀਨ 'ਚ ਜ਼ਿੰਕ ਦੀ ਘਾਟ ਇਹ ਤੇ ਰਿਸਰਚ ਹੋ ਚੁੱਕੀ ਆ ਕਿ ਜ਼ਮੀਨ ਦੇ ਵਿੱਚ ਫਰਟੀਲਾਈਜ਼ਰ ਜਿਹੜੀਆਂ ਫਾਸਫੇਟ ਖਾਦਾਂ ਸੀ ਉਹਨਾਂ ਨੇ ਜ਼ਿੰਕ ਖਤਮ ਕਰ ਦਿੱਤੀ ਆ। ਔਰ ਜ਼ਿੰਕ ਖਤਮ ਹੋਣ ਨਾਲ ਸਾਡਾ ਬਹੁਤ ਨੁਕਸਾਨ ਹੋ ਰਿਹਾ। ਇਹ ਪਸ਼ੂ ਜਿਹੜੇ ਸੜਕਾਂ 'ਤੇ ਫਿਰ ਰਹੇ ਆ ਨਾ, ਉਹਦਾ ਇੱਕ ਇਹ ਵੀ ਮੇਨ ਕਾਰਨ ਹੈਗਾ। ਹਾਂਜੀ, ਇਸ ਕਰਕੇ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਜੇ ਸਾਨੂੰ ਬੈਲੈਂਸ ਡਾਈਟ ਚਾਹੀਦੀ ਆ ਤੇ ਪਸ਼ੂ ਨੂੰ ਵੀ ਬੈਲੈਂਸ ਡਾਈਟ ਚਾਹੀਦੀ ਆ। ਸਾਡੇ ਮਿੱਤਰ ਪੰਛੀ ਕੀੜੇ ਮਕੌੜੇ ਸਾਰੇ, ਉਹਨਾਂ ਨੂੰ ਇੱਕ ਬੈਲੈਂਸ ਡਾਈਟ ਚਾਹੀਦੀ ਆ। ਉਹਨਾਂ ਦਾ ਧਰਤੀ 'ਚ ਸ਼ੇਅਰ ਆ। ਜੇ ਤੁਸੀਂ ਕਹੋ ਜੀ ਇਹ ਧਰਤੀ ਪਿੰਗਲਵਾੜੇ ਦੇ ਨਾਂ 'ਤੇ ਆ, ਨਹੀਂ ਨਹੀਂ ਨਹੀਂ, ਜਿਹੜੇ ਕੀਟ ਪਤੰਗੇ ਜਾਨਵਰ ਆ ਉਹਨਾਂ ਦਾ ਸ਼ੇਅਰ ਆ ਵਿੱਚ, ਉਹ ਆਪਣੀ ਫੂਡ ਲੈਂਦੇ ਇੱਥੋਂ। ਹਾਂਜੀ, ਅਸੀਂ ਉੱਥੇ ਕਰੇਲੇ ਬੀਜੇ, ਕਰੇਲਿਆਂ ਦੇ ਵਿੱਚ ਮੱਕੀ ਆ, ਤੇ ਮੈਨੂੰ ਕਈ ਦਾਨੀ ਸੱਜਣ ਆਉਂਦੇ ਆ, ਉਹ ਕਹਿੰਦੇ ਰਾਜਵੀਰ ਜੀ ਇਹ ਕੀ ਚੱਕਰ, ਇਹ ਤੇ ਕਾਵਾਂ ਤੋਤਿਆਂ ਨੇ ਖਾਧੀ ਆ। ਮੈਂ ਕਿਹਾ ਜੀ ਉਹਨਾਂ ਵਾਸਤੇ ਬੀਜੀ ਆ। ਕਰੇਲਿਆਂ ਨੂੰ ਸਿਰਫ ਮੌਸਮ ਕੂਲ ਰੱਖਣ ਵਾਸਤੇ ਅਸੀਂ ਮੱਕੀ ਲਾਈ ਆ, ਨਾ ਕਿ ਛੱਲੀਆਂ ਲੈਣ ਵਾਸਤੇ। ਜਿਹੜੀਆਂ ਛੱਲੀਆਂ ਥੋੜ੍ਹੀਆਂ ਬਹੁਤੀਆਂ ਲੱਗੀਆਂ ਇੱਕ ਇੱਕ ਦੋ ਦੋ ਹੱਟ ਆਂਡੇ ਨੂੰ, ਉਹ ਉਹਨਾਂ ਵਾਸਤੇ, ਤੋਤਿਆਂ ਵਾਸਤੇ ਤੇ ਕਾਵਾਂ ਵਾਸਤੇ। ਇਹ ਇੱਕ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਆ। ਹਾਂਜੀ, ਮਨੁੱਖ ਇਕੱਲਾ ਧਰਤੀ 'ਤੇ ਨਹੀਂ ਰਹਿ ਸਕਦਾ। ਤੁਸੀਂ ਪੰਛੀ ਉੱਡਦਾ ਦੇਖੋ, ਅਸਮਾਨ ਦੇ ਵਿੱਚ ਅਪਰ ਫ੍ਰੀਕੁਐਂਸੀ 'ਤੇ ਉੱਡ ਰਿਹਾ ਕਿ ਲੋਅਰ 'ਤੇ ਉੱਡ ਰਿਹਾ। ਤੁਸੀਂ ਦੇਖੋ ਜਹਾਜ਼ ਜਦੋਂ ਅਸੀਂ ਉਡਾਏ ਆ ਤੇ ਅਸੀਂ ਨਕਲ ਮਾਰੀ ਪੰਛੀ ਤੋਂ ਕਿ ਜਿਹੜਾ ਜਹਾਜ਼ ਅਰਬਾਂ ਨੂੰ ਜਾ ਰਿਹਾ ਆ, ਗਾਂ ਅਮਰੀਕਾ ਕੈਨੇਡਾ ਨੂੰ ਜਾ ਰਿਹਾ, ਉਹ ਉੱਪਰ 'ਤੇ ਜਾ ਰਿਹਾ। ਪੰਛੀ ਜਿਹੜਾ ਦੂਰ ਜਾਣਾ ਉਹ ਉੱਪਰ 'ਤੇ ਉੱਡੇਗਾ, ਉਹਨੂੰ ਪਤਾ ਰਾਹ 'ਚ ਬਿਜਲੀ ਦਾ ਪੋਲ ਆਉਣਾ, ਵੱਡੀ ਬਿਲਡਿੰਗ ਆਉਣੀ ਆ। ਇਸ ਕਰਕੇ ਤੁਸੀਂ ਸਵੇਰੇ ਕਿਤੇ ਆਪਣੇ ਘਰ ਦੇ ਵਰਾਂਡੇ 'ਚ ਬਹਿ ਕੇ ਵੇਖੋ, ਜਿਹੜਾ ਪੰਛੀ ਦੂਰ ਜਾਣਾ ਉੱਪਰ 'ਤੇ ਉੱਡ ਰਿਹਾ, ਜਿਹਨੇ ਨੇੜੇ ਜਾਣਾ, ਜਿਹੜੇ ਹਵਾਈ ਜਹਾਜ਼ ਨੇ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਆਉਣਾ, ਉਹ ਲੋਅਰ 'ਤੇ ਉੱਡਦਾ। ਹਾਂਜੀ, ਇਸ ਕਰਕੇ ਇਹ ਇਨਸਾਨ ਨੇ ਨਕਲ ਮਾਰੀ, ਕੁਦਰਤ ਨੇ ਉਹਨੂੰ ਦੱਸਿਆ ਵੀ ਭਾਈ ਇੱਧਰ ਦੇਖ ਲਾ, ਤੂੰ ਵੀ ਕੁਛ ਨਾ ਕੁਛ ਕਰ ਸਕੇਗਾ। ਹਾਂਜੀ, ਸੋ ਉਹ ਨਾ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਅਤੇ ਅਸੀਂ ਤਾਂ ਚਾਹੁੰਦੇ ਹਾਂ ਵੀ ਜੇ ਕਿਸੇ ਨੇ ਹੱਥ ਮਿਲਾਇਆ ਤਾਂ ਮੇਰੇ ਹੱਥ 'ਚ ਉਹਦਾ ਹੱਥ ਆ ਗਿਆ ਕਿ ਉਹਦਾ ਵਾਪਸੀ ਚਲੇ ਗਿਆ ਆ। ਇਹ ਸਾਰਾ ਕੁਝ ਸੋਚਣ ਵਾਲਾ ਵਿਸ਼ਾ ਕਿ ਸਾਨੂੰ ਧਿਆਨ ਦੇਣਾ ਚਾਹੀਦਾ। ਆਹ ਦੇਖੋ ਉਹ ਜਿਹੜਾ ਮੈਂ ਕਹਿ ਰਿਹਾ ਸੀਗਾ, ਸਵਾਂਗ ਦੇ ਪੱਤੇ ਨੇ। ਹਾਂਜੀ, ਇਸ ਤਰ੍ਹਾਂ ਸਾਰੇ। ਹਾਂਜੀ, ਇਹ ਦੇਖੋ ਵੀਰ ਜੀ, ਜਦੋਂ ਅਸੀਂ ਪਿੰਗਲਵਾੜੇ ਨੇ ਇਹ ਜ਼ਮੀਨ ਖਰੀਦੀ 2006 'ਚ, ਇਹ 33 ਏਕੜ ਦੇ ਵਿੱਚ ਇੱਕ ਵੀ ਦਰਖਤ ਨਹੀਂ ਸੀ। ਹਾਂਜੀ, ਔਰ ਬੜੇ ਅਫਸੋਸ ਦੀ ਗੱਲ ਕਿ 1 ਏਕੜ ਦੇ ਵਿੱਚ ਘੱਟੋ ਘੱਟ 2 ਦਰਖਤ ਤਾਂ ਹੋਣੇ ਚਾਹੀਦੇ ਆ।
ਮੈਂ ਸੋਚਿਆ ਨਹੀਂ, ਦੋ ਤਾਂ ਆਮ ਗੱਲ ਆ ਨਾ, ਹੋਣੇ ਚਾਹੀਦੇ ਆ। ਇੱਕ ਪੇੜ ਨਹੀਂ, ਸਾਡੇ 1 ਏਕੜ ਦੇ ਵਿੱਚ ਘੱਟ ਤੋਂ ਘੱਟ 10 ਦਰਖਤ ਹੋਣੇ ਚਾਹੀਦੇ ਆ। ਹਾਂਜੀ, ਕਿਉਂਕਿ ਪੰਛੀ ਬੈਠਦੇ ਆ, ਉਹਨਾਂ ਚੋਗਾ ਲੈਣਾ, ਉਹ ਸੁੰਡੀ ਖਾ ਰਹੇ ਆ, ਕੀੜੇ ਮਕੌੜੇ ਨੂੰ ਵੀ ਖਾ ਰਹੇ ਆ, ਉਹਨਾਂ ਦੀ ਖੁਰਾਕ ਆ। ਹਾਂਜੀ, ਤੇ ਜੇ ਦਰਖਤ ਹੀ ਨਹੀਂ, ਉਹਨਾਂ ਦਾ ਰਹਿਣ ਬਸੇਰਾ ਹੀ ਨਹੀਂ, ਉਹਨਾਂ ਦੇ ਬਹਿਣ ਵਾਸਤੇ, ਸਟੇ ਕਰਨ ਵਾਸਤੇ ਜਗ੍ਹਾ ਹੀ ਨਹੀਂ, ਫਿਰ ਜਿਹੜੇ ਪੱਤੇ ਆ ਆਕਸੀਜਨ ਦੇ ਰਹੇ ਆ। ਆਕਸੀਜਨ ਤਾਂ ਸਾਰੇ ਹੀ ਪੱਤੇ ਦਿੰਦੇ ਆ, ਪਰ ਤੁਸੀਂ ਨਿਗਾਹ ਮਾਰੋ ਨਾ, ਇਹ ਜਾਮਨ ਲੱਗੇ ਹੋਏ ਨੇ, ਇਹ ਜਿਹੜੇ 5 ਬੂਟੇ ਆ, ਉਹਦੇ ਵਿੱਚ ਬਿੱਲ ਲੱਗੀ ਹੋਈ ਆ। ਬਿੱਲ ਜਿਹੜੀ ਆ ਉਹਦਾ ਬਹੁਤ ਅੱਛਾ ਸ਼ਰਬਤ ਵਗੈਰਾ ਬਣਦਾ, ਔਰ ਨਾਸ਼ਪਾਤੀ ਵੀ ਲੱਗੀ ਹੋਈ ਆ। ਤੇ ਇਸ ਤਰ੍ਹਾਂ ਕਰਕੇ ਅਸੀਂ ਵੱਖ-ਵੱਖ ਸਮੇਂ ਤੇ ਇੱਥੇ ਪੌਦੇ, ਜਿਹੜੇ ਅਨਾਰ ਦਾ ਖੇਤ ਜਿਹੜਾ ਬੜਾ ਵੱਡਾ ਮੈਂ ਤੁਹਾਨੂੰ ਦਿਖਾਉਣਾ, ਉੱਥੇ ਅਨਾਰ ਲੱਗੇ ਹੋਏ ਆ, ਉਹਦੇ 'ਚ ਸਬਜ਼ੀਆਂ ਵੀ ਲੱਗੀਆਂ ਹੋਈਆਂ। ਤੇ ਭਾਵ ਇਹ ਆ ਕਿ ਇਹ ਇੱਕ ਸਾਨੂੰ ਲੈਵਲ ਬੈਲੈਂਸ ਬਣਾ ਕੇ ਚੱਲਣਾ ਪਏਗਾ। ਆਮ ਆਪਣੇ ਸੋਚਿਆ ਜਾਂਦਾ ਵੀ ਜਿਹੜੇ ਚੌੜੇ ਪੱਤੇ ਵਾਲੇ ਦਰਖਤ ਹੁੰਦੇ ਆ, ਜਿਸ ਤਰ੍ਹਾਂ ਜਾਮਣ ਹੈ ਜੀ, ਤੇ ਇਹਦੇ ਨਾਲ ਫਸਲ ਨੂੰ ਨੁਕਸਾਨ ਹੋ ਜਾਂਦਾ, ਉਹਦੇ ਬਾਰੇ ਤੁਹਾਡਾ ਕੀ ਹੈ? ਇਹ ਇੱਕ ਭੁਲੇਖਾ ਜੀ। ਦੇਖੋ, ਪਿੱਪਲ ਆ, ਪਿੱਪਲ ਸਾਨੂੰ 24 ਘੰਟੇ ਆਕਸੀਜਨ ਦਿੰਦਾ, ਤੁਲਸੀ 24 ਘੰਟੇ ਆਕਸੀਜਨ ਦਿੰਦੀ ਆ। ਹਾਂਜੀ, ਤੇ ਇਹ ਮਤਲਬ ਕੁਦਰਤ ਨੇ ਮਨੁੱਖ ਨੂੰ ਭੇਜਣ ਤੋਂ ਪਹਿਲਾਂ ਉਹਦਾ ਦਵਾਈ ਬੂਟੀ ਦਾ, ਉਹਦਾ ਜਿਹੜਾ ਆਕਸੀਜਨ ਖਾਣੀ ਆ ਤੇ ਕਾਰਬਨ ਡਾਈਆਕਸਾਈਡ ਕੱਢਣੀ ਆ, ਇਹ ਸਾਰੇ ਪ੍ਰਬੰਧ ਕੀਤੇ ਆ, ਫਿਰ ਸਾਡਾ ਜਨਮ ਹੋਇਆ। ਹਾਂਜੀ, ਲੇਕਿਨ ਇਨਸਾਨ ਜਿਹੜਾ ਸੀ ਉਹ ਭੁੱਲ ਗਿਆ ਇਸ ਗੱਲ ਨੂੰ। ਉਹਨੇ ਸੋਚਿਆ ਕਿ ਨਹੀਂ, ਮੇਰੀ ਜੇਬ ਦੇ ਵਿੱਚ ਮੋਬਾਈਲ ਆ, ਮੇਰੇ ਕੋਲ ਸਾਰਾ ਇਲੈਕਟ੍ਰੋਨਿਕ ਮੀਡੀਆ ਸਭ ਕੁਝ ਹੈਗਾ। ਪਰ ਨਹੀਂ, ਸਾਨੂੰ ਇਹ ਸੋਚਣਾ ਚਾਹੀਦਾ ਕਿ ਕੁਦਰਤ ਦੇ ਨਾਲ ਖਿਲਵਾੜ ਕਰਕੇ ਅਸੀਂ ਨਹੀਂ ਬਚ ਸਕਦੇ। ਇਹ ਅੱਜ ਸੋਚ ਲਈਏ ਜਾਂ ਹੋਰ 2-4 ਸਾਲਾਂ ਨੂੰ ਸੋਚ ਲਈਏ। ਵੈਸੇ ਕਾਫੀ ਗੰਭੀਰ ਸਿੱਟੇ ਹੋਈ। ਤੁਸੀਂ ਨਕਲੀ ਹਵਾ ਪੈਦਾ ਕਰਦੇ ਹੋ, ਪੱਖਾ ਚਲਾਉਂਦੇ ਹੋ, ਉਹ ਬਿਜਲੀ ਵੀ ਖਾ ਰਿਹਾ, ਨਾਇਸ ਪੋਲੂਸ਼ਨ ਵੀ ਪੈਦਾ ਕਰ ਰਿਹਾ। ਤੇ ਇੱਕ ਪੇੜ ਪੌਦਾ ਆ, ਮੈਨੂੰ ਕਈ ਸੱਜਣ ਆਉਂਦੇ ਕਹਿਣਗੇ ਜੀ ਤੁਹਾਡੇ ਇੱਥੇ ਠੰਡਾ ਠੰਡਾ। ਮੈਂ ਕਿਹਾ ਜੀ 4 ਸਫੇਰੇ ਦਰਖਤ ਆ, ਇਸ ਕਰਕੇ ਠੰਡਾ। ਜੇ ਤੁਸੀਂ ਮਤਲਬ ਇਹ ਦਰਖਤ ਨਹੀਂ ਹੋਣਗੇ ਤੇ ਸਾਨੂੰ ਨੈਚੁਰਲ ਜਿਹੜੀ ਆਕਸੀਜਨ ਆ ਉਹ ਨਹੀਂ ਮਿਲੇਗੀ। ਕਾਰਬਨ ਡਾਈਆਕਸਾਈਡ ਜਿਹੜੀ ਆ ਉਹਨਾਂ ਨੇ ਲੈਣੀ ਆ, ਔਰ ਕਈ ਕੰਮ ਉਹਨਾਂ ਕਰਦੇ ਆ ਜਿਹੜੇ ਸਾਡੇ ਜੀਵਨ ਵਾਸਤੇ ਆ। ਤੇ ਇਸ ਕਰਕੇ ਬਚਪਨ ਦੇ ਵੇਲੇ ਵਾਲੇ ਪੰਜਾਬ ਦੇ ਵਿੱਚ ਦਰੜ ਦੇ ਵਿੱਚ ਤੇ ਦੂਜੀ ਫਸਲ ਦੇ ਤੌਰ ਦੇ ਉੱਤੇ ਹਲਦੀ ਆ ਜੀ। ਇਹ ਜਿਹੜਾ ਖੇਤ ਵੀਰ ਜੀ ਤੁਸੀਂ ਜਾ ਰਹੇ ਹੋ, ਇਹ ਹਲਦੀ ਆ ਜੀ। ਹਲਦੀ ਜਿਹੜੀ ਆ, ਇਹ ਤੇ ਮਲਚਿੰਗ ਕੀਤੀ ਹੋਈ ਆ। ਮਲਚਿੰਗ ਭਾਵ ਜਿੰਨਾ ਸਟਰਾ, ਉਹ ਸਾਰਾ ਹੀ ਅਸੀਂ, ਪਰਾਲੀ ਆ, ਗੰਨੇ ਦਾ ਆ, ਕਣਕ ਦਾ ਨਾੜ ਵੀ ਆ। ਹਾਂਜੀ, ਜਿਹੜੀ ਹਲਦੀ ਦੀ ਪਿਛਲੀ ਵੇਸਟੇਜ ਆ ਉਹ ਵੀ ਆ। ਔਰ ਇਹ ਜਿਹੜਾ ਸਟਰਾ ਆ, ਇਹਦੇ 4 ਫਾਇਦੇ ਆ। ਨੰਬਰ 1, ਇਹ ਧਰਤੀ ਤੇ ਇਹਦੇ ਵਿਚਕਾਰ ਜਿਹੜਾ ਹਿਊਮਸ ਬਣਦਾ, ਕਾਰਬਨ, ਜਿਹੜੀ ਮਲਚਿੰਗ ਆ, ਧਰਤੀ ਤੇ ਮਲਚਿੰਗ ਦੇ ਦੌਰਾਨ ਜਿਹੜਾ ਹਿਊਮਸ ਬਣਦਾ ਉਹ ਕਾਰਬਨ ਆ, ਪੌਦੇ ਦੀ ਖੁਰਾਕ ਆ। ਨੰਬਰ 2, ਪਾਣੀ ਘੱਟ ਦੇਣਾ ਪਏਗਾ, ਨਮੀ ਰਹੇਗੀ। ਨੰਬਰ 3, ਸਾਡੇ ਮਿੱਤਰ ਕੀਟ ਹਨੇਰੇ 'ਚ ਵੱਧ ਕੰਮ ਕਰਦੇ ਆ, ਤੇ ਨਦੀਨ ਵੀ ਘੱਟ ਹੋਏਗਾ। ਹਾਂਜੀ, ਨਦੀਨ ਵੀ ਘੱਟ ਹੋਏਗਾ। ਔਰ ਇਹ ਇੱਕ ਬਹੁਤ ਸ਼ਾਨਦਾਰ, ਤਕਰੀਬਨ ਜੇ ਮੈਂ ਕਹਾਂ ਕਿ 4-4.5 ਫੁੱਟ ਉੱਚੀ ਹਲਦੀ ਇਹ ਜਾਏਗੀ। ਹਾਂਜੀ, ਔਰ ਸਾਰਾ ਨੈਚੁਰਲ ਸਿਸਟਮ ਆ। ਹਾਂਜੀ, ਆਪਣੇ ਆਪ ਡੀਕੰਪੋਜ਼ ਹੋ ਕੇ ਰਲ ਜਾਂਦੀ ਵਿੱਚ। ਜਿੰਨਾ ਚਿਰ ਨੂੰ 11 ਮਹੀਨੇ ਦੀ ਫਸਲ ਹੈ, 11 ਮਹੀਨੇ ਬਾਅਦ ਹਲਦੀ ਜਦੋਂ ਪੱਕਣੀ ਆ, ਤਿਆਰ ਹੋਣੀ ਆ, ਫਰੂਟ ਆਉਣਾ, ਉਦੋਂ ਨੂੰ ਤੁਹਾਨੂੰ ਇੱਕ ਵੀ ਪੱਤਾ ਨਜ਼ਰ ਨਹੀਂ ਆਏਗਾ। ਇਹ ਸਾਰਾ ਡੀਕੰਪੋਜ਼ ਹੋ ਗਿਆ। ਔਰ ਕੀਟ ਦੀ ਖੁਰਾਕ ਹੈ। ਹਾਂਜੀ, ਸਿਉਂਕ ਆ। ਜੇ ਤੋਂ ਲੋਕ ਡਰੀ ਜਾਂਦੇ ਆ, ਮੈਂ ਕਿਸਾਨ ਵੀਰਾਂ ਨੂੰ ਦੱਸਾਂਗਾ ਕਿ ਸਿਉਂਕ ਦੀ ਇੱਕ ਰਾਣੀ ਹੁੰਦੀ ਹੈ ਇੱਕ ਵਰਮੀ 'ਚ, ਦੂਜੀ ਨਹੀਂ। ਉਹਦਾ ਘਰ ਏਸੀ ਹੁੰਦਾ, 에ਅਰ ਕੰਡੀਸ਼ਨ, 24 ਘੰਟੇ 'ਚ 1.5 ਲੱਖ ਐਗ ਦਿੰਦੀ, ਅੰਡਾ ਦਿੰਦੀ ਆ। ਔਰ ਜਦੋਂ ਰਾਣੀ ਖਤਮ ਹੋ ਜਾਂਦੀ, ਨੈਕਸਟ ਰਾਣੀ ਫੇਰ ਆਉਂਦੀ ਆ, ਔਰ ਧਰਤੀ ਪੋਲੀ ਕਰਦੀ ਆ। ਕਈ ਲੱਖ ਹੈਕਟਰ ਧਰਤੀ ਸਿਉਂਕ ਨੇ ਉਪਜਾਊ ਬਣਾਈ ਆ, ਜਿਹਨੂੰ ਅਸੀਂ ਦੁਸ਼ਮਣ ਕਹੀ ਜਾਂਦੇ। ਦੁਸ਼ਮਣ ਕਿਉਂ ਆ? ਕਿਉਂਕਿ ਅੱਗ ਲਾ ਕੇ ਨਾੜ ਫੂਕਤਾ, ਪਰਾਲੀ ਫੂਕ ਦਿੱਤੀ, ਸਬਜ਼ੀ ਦੀ ਵੇਸਟ ਫੂਕ ਦਿੱਤੀ। ਉਹ ਜਦੋਂ ਸਾਰਾ ਕੁਝ ਅਸੀਂ ਫੂਕ ਦਿਆਂਗੇ ਤੇ ਫਿਰ ਉਹ ਹਰੀ ਚੀਜ਼ ਖਾਏਗੀ, ਭੁੱਖੀ ਮਰਦੀ। ਹਾਂਜੀ, ਸਿਉਂਕ ਘਰ 'ਚ ਵੜ ਜੇ ਤੇ ਲੱਕੜ ਖਾਂਦੀ ਸਾਡੀ ਦੁਸ਼ਮਣ ਆ। ਤੁਸੀਂ ਦੇਖਿਆ ਉਹਦਾ ਏਸੀ ਘਰ ਹੁੰਦਾ, ਇੱਕ ਲੇਅਰ ਬਣਾ ਕੇ ਮਿੱਟੀ ਜਿਹੀ ਦੀ ਲੱਗਦੀ ਸਾਨੂੰ, ਉਹਦੇ ਵਿੱਚ ਦੀ ਚੱਲਦੀ ਆ। ਹਾਂਜੀ, ਹੁਣ ਚੂਹਾ ਹੀ ਆ। ਚੂਹੇ ਦਾ ਜੀਵਨ ਵੇਖੋ। ਚੂਹੇ ਨੇ ਲਗਾਤਾਰ ਜੇ 24 ਘੰਟੇ 'ਚ ਕਹਿ ਦਈਏ ਤੇ 11-10-12 ਘੰਟੇ ਉਹਨੇ ਕੁਤਰਾ ਕਰਨਾ ਹੁੰਦਾ। ਔਰ ਤੁਸੀਂ ਜਿੰਨੇ ਸਾਡੇ ਕਿਸਾਨ ਵੀਰ ਆ, ਜਿੱਥੇ ਚਕੇਰ ਹੁੰਦੀ ਆ, ਉੱਥੋਂ ਪੁੱਟ ਕੇ ਵੇਖਣਗੇ ਰੁੱਡ ਨਹੀਂ ਲੱਭਦੀ। ਉਹ ਤੇ ਸਾਰਾ ਕੁਝ ਬਲੌਕ ਕੀਤਾ ਹੁੰਦਾ ਉਹਨੇ। ਤੁਸੀਂ ਦੇਖੋ 4 ਚਫੇਰੇ, 3-4 ਜਗ੍ਹਾ ਤੇ 6 ਨੇ ਰੁੱਡਾਂ ਨੇ। ਉਹਦੀ ਉਹ ਆਕਸੀਜਨ ਲੈ ਰਿਹਾ, ਉਹਦੀ ਉਹ ਆਪਣਾ ਫਰੂਟ ਲੈਣ ਜਾ ਰਿਹਾ ਬਾਹਰ। ਹਾਂਜੀ, ਫਰੂਟ ਦਾ ਵਿੱਚ ਭੰਡਾਰ ਥੋੜ੍ਹਾ ਉਹਦੀ ਰੁੱਟ ਦੇ। ਤੇ ਅਸੀਂ ਕਿਹਨੂੰ ਪੁੱਟਦੇ ਹਾਂ? ਜਿੱਥੇ ਉਹ ਦੜਾ ਜਿਹਾ ਲੱਗਾ ਹੁੰਦਾ ਮਿੱਟੀ ਦਾ, ਚਕੇਰ, ਅਸੀਂ ਉਹਨੂੰ ਸਮਝਦੇ ਵੀ ਇਹ ਚੂਹਾ ਇੱਥੇ ਆ। ਨਹੀਂ, ਉਹ ਤਾਂ ਚੂਹੇ ਨੇ ਮਿੱਟੀ ਕੱਢ ਕੇ ਇੱਕ ਬਲੌਕ ਕੀਤਾ ਹੋਇਆ। ਹਾਂਜੀ, ਇੱਕ ਪਿੱਟ ਬਣਾਇਆ ਹੋਇਆ
ਤੁਸੀਂ ਆਲੇ ਦੁਆਲੇ ਵੇਖੋ, ਇੱਕ ਚੂਹੇ ਨੇ ਜਿਹੜਾ ਪਿੱਟ ਬਣਾਇਆ ਆ, ਉਹਦੇ ਚਾਰ ਚੁਫੇਰੇ ਰੁੱਡਾਂ 2 3 4 ਹੋਣਗੀਆਂ, ਔਰ ਉਹਨਾਂ ਨੂੰ ਸਾਨੂੰ ਕਵਰ ਕਰਨ ਦੀ ਲੋੜ ਆ। ਅਸੀਂ ਅਸੀਂ ਉਹ ਕਈ ਨਾ ਪੁੱਟਦੇ ਰਹਿੰਦੇ ਹਾਂ, ਕਿਉਂਕਿ ਸਾਨੂੰ ਪਤਾ ਨਹੀਂ ਇਸ ਗੱਲ ਦਾ, ਨਾ ਸਾਨੂੰ ਕਦੀ ਕਿਸੇ ਨੇ ਦੱਸਿਆ ਹੀ ਆ। ਇਹ ਜਿਹੜੀ ਫਸਲ ਹੈ ਜੀ, ਇਹ ਅਰਬੀ ਆ। ਇਹਦੇ ਸੈਂਟਰ ਦੇ ਵਿੱਚ ਕਚਾਲੂ ਹੋਏਗਾ, ਦੋਨੋਂ ਪਾਸੇ ਫਰੂਟ ਹੋਏਗਾ ਅਰਬੀ। ਹਾਂਜੀ, ਤੇ ਇਹ ਬੜੀ ਹੈਵੀ ਕ੍ਰੌਪਸ ਆ। ਹਾਂਜੀ, ਪਤਾ ਲੱਗਾ ਕਿ ਬਿਹਾਰ ਦੇ ਵਿੱਚ ਤਾਂ ਇਹਦੇ ਪਕੌੜੇ ਬਣਾ ਕੇ ਵੀ ਖਾਂਦੇ, ਪੱਤਿਆਂ ਦੇ ਬੇਸਣ ਮਿਲਾ ਕੇ। ਅਸੀਂ ਵੈਸੇ ਤਜਰਬਾ ਨਹੀਂ ਕੀਤਾ ਇਹ, ਕਿਉਂਕਿ ਥੋੜ੍ਹਾ ਆਇਲ ਤੋਂ ਪਰਹੇਜ਼ ਹੀ ਕਰਨਾ ਚਾਹੀਦਾ। ਹਾਂਜੀ, ਤੇ ਇਹ ਹੁਣ ਇਹਦੇ ਵਿੱਚ ਜਿਹੜਾ ਥੋੜ੍ਹਾ ਬਹੁਤਾ ਖਰਪਤਵਾਰ ਆਇਆ, ਇਹ ਕੱਢਣਾ ਨਹੀਂ ਸੀ, ਕਿਉਂਕਿ ਧਰਤੀ ਨੂੰ ਠੰਡਾ ਰੱਖਣ ਦੇ ਵਿੱਚ ਮਦਦ ਕਰੇਗਾ, ਕਿਉਂਕਿ ਇਹ ਜਿਹੜਾ ਪੌਦਾ ਇਹ ਪੂਰਾ ਡਿਵੈਲਪ ਹੋ ਚੁੱਕਾ ਆ। ਹੁਣ ਦੇਖੋ ਇਹਦੇ 'ਚ ਵੀ ਪਾਪੂਲਰ ਆ, ਔਰ ਉਹੋ ਹੀ ਸਿਸਟਮ ਹੈ ਪਾਪੂਲਰ ਦਾ। ਔਰ ਇਹਦੇ ਵਿੱਚ ਫਸਟ ਕਲਾਸ ਜਿਹੜੀ ਅਰਬੀ ਆ। ਹਾਂਜੀ, ਇਹ ਅਸੀਂ ਮਤਲਬ ਦੂਜੇ ਸਾਲ ਫਿਰ ਜਗ੍ਹਾ ਬਦਲ ਦਿਆਂਗੇ, ਅਗਲੇ ਸਾਲ ਫਿਰ ਜਗ੍ਹਾ ਬਦਲ ਦਿਆਂਗੇ। ਅਤੇ ਇਹ ਮਤਲਬ ਸਿਸਟਮ ਦੇ ਨਾਲ ਜੇ ਸਾਡੇ ਕਿਸਾਨ ਵੀਰ 2 4 ਮਰਲੇ ਲਾ ਦੇਣ ਘਰ ਖਾਣ ਲਈ, ਅਤੇ ਕੋਈ ਮਾੜੀ ਗੱਲ ਨਹੀਂ। ਹਾਂਜੀ, ਔਰ ਬਹੁਤ ਚੰਗੀ ਇਹਦੀ ਫੂਡ ਵੈਲਿਊ ਆ। ਹਾਂਜੀ, ਫੂਡ ਵੈਲਿਊ ਤਾਂ ਸਾਰਿਆਂ ਦੀ ਆ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾਵਾਂਗਾ ਜੀ, ਇਹ ਜਰਾ ਦੇਖਿਓ। ਨਹੀਂ, ਇਹ ਨਹੀਂ, ਉਹ ਦੂਸਰਾ ਮੈਂ ਤੁਹਾਨੂੰ ਦਿਖਾ ਰਿਹਾ ਜੀ, ਭੂਮੀ ਆਮਲਾ। ਹਾਂਜੀ, ਹਾਂਜੀ, ਭੂਮੀ ਆਮਲਾ। ਹਾਂਜੀ, ਹਾਂ, ਨਹੀਂ, ਇਹਨੂੰ ਹਾਲੇ ਆਇਆ ਨਹੀਂ ਫਰੂਟ। 1 ਮਿੰਟ। ਹਾਂ, ਇਹ ਜਿਹੜਾ ਖੇਤ ਦੇ ਵਿੱਚ ਤੁਸੀਂ ਹਰਿਆ ਹਰਿਆ ਦੇਖ ਰਹੇ ਹੋ, ਇਹ ਸਾਰਾ ਭੂਮੀ ਆਮਲਾ ਆਯੁਰਵੈਦਿਕ ਸਿਸਟਮ ਦੇ ਵਿੱਚ ਲਿਵਰ ਟੌਨਿਕ। ਔਰ ਇਹਦੇ ਹਰ ਪੱਤੇ ਦੀ ਬੈਕ ਦੇ ਉੱਤੇ ਤੁਸੀਂ ਦੇਖੋ ਗੋਲ ਗੋਲ ਲੱਗੇ ਹੋਏ ਆ। ਆਹ ਦੇਖੋ, ਆਹ ਦੇਖੋ, ਹੁਣ ਇਸ ਵੇਲੇ ਪੱਤੇ ਇਕੱਠੇ ਹੋ ਗਏ ਨਾ, ਅਤੇ ਜਦੋਂ ਧੁੱਪ ਸੀ ਉਦੋਂ ਪੱਤੇ ਖਿਲਰੇ ਸੀਗੇ। ਆਹ ਦੇਖੋ ਸਾਰੇ। ਹਾਂਜੀ, ਔਰ ਇਹ ਆਯੁਰਵੈਦਿਕ ਵਾਲੇ ਜਦੋਂ ਆਉਂਦੇ ਆ ਨਾ, ਅਤੇ ਉਹ ਸਾਡੇ ਕੋਲੋਂ ਤੋੜ ਕੇ ਅਤੇ ਬੋਰੇ 'ਚ ਪਾ ਕੇ ਲੈ ਕੇ ਜਾਂਦੇ ਆ, ਔਰ ਫਿਰ ਬੜੀ ਖੁਸ਼ੀ ਮਹਿਸੂਸ ਕਰਦੇ ਆ। ਭਾਅ ਜੀ ਕਈ ਹਜ਼ਾਰ ਦੀ ਦਵਾਈ ਜਿਹੜੀ ਸਾਨੂੰ ਪ੍ਰਾਪਤ ਹੋ ਗਈ। ਮੈਂ ਕਿਹਾ ਜੀ ਬੜੀ ਖੁਸ਼ੀ ਵਾਲੀ ਗੱਲ ਹੈ, ਬਾਬੇ ਦਾ ਘਰ ਆ, ਲੈ ਜਾਓ। ਅਤੇ ਹੁਣ ਵੀ ਅਸੀਂ ਇਹ ਸਾਰਾ ਜਿਹੜਾ ਨਾ ਇਹ ਕਢਾ ਕੇ ਬੋਰੀ 'ਚ ਪਾਵਾਂਗੇ, ਔਰ ਇਹ ਅਸੀਂ ਇਸ ਤਰ੍ਹਾਂ ਵੀ ਖਾ ਲੈਂਦੇ ਹਾਂ ਜੀ। ਇਸ ਤਰ੍ਹਾਂ ਤੁਸੀਂ ਇਹਨੂੰ ਖਾ ਸਕਦੇ ਹੋ। ਹਾਂਜੀ, ਅਤੇ ਕਿਉਂਕਿ ਇਹ ਲਿਵਰ ਵਾਸਤੇ ਟੌਨਿਕ ਆ, ਬਹੁਤ ਵਧੀਆ ਟੌਨਿਕ ਆ। ਔਰ ਇਹ ਸਾਰੀ ਪਹਾੜੀ ਬੂਟੀਆਂ ਨੇ, ਪਾਣੀ ਰਾਹੀਂ ਆਈਆਂ ਸਾਰੀਆਂ। ਇਹ ਆਪਣੇ ਆਪ 'ਚ ਉਹ ਪਾਣੀ ਆਉਂਦਾ ਸੀ ਨਾ ਨਹਿਰ ਦਾ, ਉਹ ਅਸੀਂ ਮੋਗਾ ਲਿਆ ਹੋਇਆ, ਵੈਟਲੈਂਡ 'ਚ ਸੁੱਟਦੇ ਉਹਨੂੰ। ਇਹ ਹਲਵਾ ਜੀ, ਉਧਰ ਥੋੜ੍ਹੀ ਜਿਹੀ ਅਗੇਤੀ ਕ੍ਰੌਪਸ ਆ ਨਾਰਾਂ ਦੇ ਵਿੱਚ, ਅੱਜ ਵੀ ਹਲਵੇ ਅਸੀਂ ਤੋੜੇ ਆ। ਇਹ ਸਾਰਾ ਕਵਰ ਕਰ ਲੇਗਾ, ਇਹ ਕੋਈ ਖਾਲੀ ਜਗ੍ਹਾ ਨਜ਼ਰ ਨਹੀਂ ਆਏਗੀ ਤੁਹਾਨੂੰ 15 ਤੋਂ 20 ਦਿਨ ਬਾਅਦ। ਹਾਂਜੀ, ਔਰ ਇਹ ਹਲਵਾ ਜਿਹੜਾ ਇਹ 2.5 3 ਕਿਲੋ ਦਾ ਜਿਹੜਾ ਇੱਕ ਗਿਆ, ਇਸ ਤੋਂ ਵੀ ਵੱਡੇ ਜਿਹੜੇ ਹੋ ਜਾਂਦੇ ਆ। ਔਰ ਇਹ ਬੜੀ ਫੂਡ ਵੈਲਿਊ ਹੈ ਜੀ, ਬਹੁਤ ਅੱਛੀ ਸਬਜ਼ੀ ਆ। ਇੱਧਰ ਗੰਨਾ। ਹਾਂਜੀ, ਅਤੇ ਗੰਨੇ ਦੇ ਵਿੱਚ ਅਸੀਂ ਡ੍ਰਿਪ ਸਿਸਟਮ ਇੱਥੇ ਵੀ ਕੀਤਾ ਹੋਇਆ। ਆਹ ਦੇਖੋ, ਹਾਂਜੀ ਹਾਂਜੀ, ਇਹ 64 ਵੈਰਾਈਟੀ ਹੈ ਜੀ। ਇਹ 5 ਵੈਰਾਈਟੀਆਂ ਨੇ ਗੰਨੇ ਦੀਆਂ, ਕਿਉਂਕਿ ਸਾਡੇ ਕੋਲ ਸਟੂਡੈਂਟ ਆਉਂਦੇ ਆ। ਅਫਸੋਸ ਦੀ ਗੱਲ ਹੈ ਕਿ BSc ਐਗਰੀਕਲਚਰ ਤਾਂ ਹੈਗੀ ਕਾਲਜ ਕੋਲ, ਪਰ ਜ਼ਮੀਨ ਨਹੀਂ ਹੈਗੀ। ਸਾਡੇ ਬੱਚਿਆਂ ਦੇ ਨਾਲ ਬੜਾ ਧਰੋਹ ਹੋ ਰਿਹਾ। ਕਾਲਜ ਨੇ BSc ਲਈ ਅਤੇ ਜ਼ਮੀਨ ਕਿਉਂ ਨਹੀਂ ਹੈਗੀ, ਅਤੇ ਸਰਕਾਰ ਨੇ BSc ਦਿੱਤੀ ਕਿਉਂ? ਪਿੱਛੇ ਇਨਕੁਆਰੀ ਹੋਈ ਬੜੀ ਲੰਮੀ ਚੌੜੀ, ਬਹੁਤ ਸਾਰੇ BSc ਐਗਰੀਕਲਚਰ ਕਾਲਜ ਬੰਦ ਹੋ ਗਏ ਆ। ਬੱਚਾ BSc ਕਰ ਗਿਆ, ਜੱਟ ਦਾ ਗੌਡਫਾਦਰ ਬਣਨਾ ਬੱਚੇ ਨੇ, ਅਤੇ ਬੱਚੇ ਨੂੰ ਇਹ ਨਹੀਂ ਪਤਾ ਕਿ ਗੰਨਾ ਕਿੱਡਾ ਕੁ ਹੁੰਦਾ, ਕਿਉਂਕਿ ਉਹਨੇ ਵੇਖਿਆ ਹੀ ਨਹੀਂ। ਜਿਹੜੇ ਸ਼ਹਿਰੀ ਸਟੂਡੈਂਟ ਆ ਉਹਨਾਂ 'ਤੇ ਕਦੀ ਗੰਨਾ ਵੇਖਿਆ ਨਹੀਂ, ਸ਼ਾਇਦ ਕਿਤੇ ਰੇਹੜੀ 'ਤੇ ਰਸ ਕੱਢਦਿਆਂ ਭਾਵੇਂ ਵੇਖ ਲਿਆ ਹੋਵੇ, ਖੇਤ 'ਚ ਜਾ ਕੇ ਨਹੀਂ ਵੇਖਿਆ। ਕਿਉਂ ਨਹੀਂ ਹੈ? ਹਾਂਜੀ, ਮਤਲਬ ਜੇ ਤੁਹਾਡੇ ਕੋਲ BSc ਐਗਰੀਕਲਚਰ ਆ ਤਾਂ ਜ਼ਮੀਨ ਵੀ ਹੋਣੀ ਚਾਹੀਦੀ ਆ। ਸਾਡੇ ਕੋਲ ਬੱਚੇ ਆਉਂਦੇ ਕਾਲਜਾਂ ਦੇ, ਫਿਰ ਅਸੀਂ ਬੱਚੇ ਤਾਂ ਆਪਣੇ ਹੀ ਆ, ਸਾਂਝੇ ਸਾਰਿਆਂ ਦੇ। ਅਸੀਂ ਉਹਨਾਂ ਵਾਸਤੇ 2 ਵੈਰਾਈਟੀਆਂ ਉੱਧਰ ਆ, 5-6 ਵੈਰਾਈਟੀਆਂ ਇੱਧਰ ਲਾਈਆਂ ਹੋਈਆਂ, ਸਾਰੀਆਂ ਅਲੱਗ-ਅਲੱਗ ਵੈਰਾਈਟੀਆਂ। ਔਰ ਇਹਦੇ ਵਿੱਚ ਅਸੀਂ ਜਿਹੜੀ ਭਿੰਡੀ ਆ ਉਹ ਲਾਈ ਹੋਈ ਆ। ਇਹ ਭਿੰਡੀ ਦਾ ਕਲਰ ਵੱਖਰਾ। ਹਾਂਜੀ ਹਾਂਜੀ, ਇਹ ਰੈੱਡ ਇਹਦਾ ਕਲਰ, ਗਰੀਨ ਭਿੰਡੀ ਵੀ ਆ, ਰੈੱਡ ਭਿੰਡੀ ਵੀ ਆ ਸਾਡੇ ਕੋਲ, ਗਰੀਨ ਉੱਧਰ ਆ। ਔਰ ਇਹ ਗੰਨੇ ਦੀਆਂ ਵੈਰਾਈਟੀਆਂ, ਔਰ ਤੁਸੀਂ ਦੇਖੋ ਹਰ ਵੈਰਾਈਟੀ ਦਾ ਕਲਰ ਥੋੜ੍ਹਾ ਵੱਖਰਾ, ਉਸ ਤੋਂ ਅਗਲੀ ਦਾ ਵੱਖਰਾ ਆ, ਉਹਦਾ ਵੱਖਰਾ ਆ। ਹਾਂਜੀ,
ਮਤਲਬ ਅਲੱਗ-ਅਲੱਗ ਵੈਰਾਈਟੀਆਂ ਇਹ ਸਿਰਫ ਬੱਚਿਆਂ ਵਾਸਤੇ ਲਾਈਆਂ ਹੋਈਆਂ। ਪਾਣੀ ਇੱਥੇ ਵੀ ਡ੍ਰਿਪ ਦੇ ਨਾਲ ਦੇ ਰਹੇ ਹਾਂ, ਤੁਸੀਂ ਦੇਖ ਹੀ ਲਿਆ। ਹਾਂਜੀ, ਔਰ ਇਹਦੇ ਵਿੱਚ ਹਰ ਬੈੱਡ ਦੇ ਵਿੱਚ ਭਿੰਡੀ ਆ। ਅੱਗੇ ਤੁਸੀਂ ਦੇਖੋਗੇ ਕਰੇਲਾ, ਇਹ ਕਰੇਲੇ ਜਿਹੜੇ ਆ ਅਸੀਂ ਸੋਟੀਆਂ ਗੱਡ ਕੇ ਰੱਸੀ ਬੰਨ੍ਹ ਕੇ ਇਹਨਾਂ ਨੂੰ ਉੱਪਰ ਚੜਾਵਾਂਗੇ, ਪਰ ਉਦਣ ਚੜਾਵਾਂਗੇ ਜਦੋਂ ਨਮੀ ਆ ਜਾਏਗੀ, ਕਿਉਂਕਿ ਗਰਮ ਹਵਾ ਜਿਹੜਾ ਫਲਾਵਰ ਫਰੂਟ ਆ ਰਿਹਾ ਉਹਨੂੰ ਡਿਸਟਰਬ ਕਰੇਗੀ। ਹਾਂਜੀ, ਤੇ ਇਹ ਕਰੇਲੇ ਨੇ, ਉਧਰ ਅੱਗੇ ਵੀ ਕਰੇਲੇ ਆ। ਉਹ ਹਲਦੀ ਆ। ਹਾਂਜੀ, ਹਲਦੀ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਖਰਪਤਵਾਰ ਆ ਉਹ ਅਸੀਂ ਕੱਢ ਦਿਆਂਗੇ। ਹਾਂਜੀ, ਤੇ ਬਾਕੀ ਜਿਹੜੀ ਹਲਦੀ ਆ। ਹਾਂਜੀ, ਕਰੇਲੇ ਜਿਹੜੇ ਆ ਦੇਖੋ ਆਪਣੇ ਆਪ ਉੱਪਰ ਜਾ ਰਹੇ ਆ ਮੱਕੀ ਦੇ ਉੱਤੇ। ਘੀਆ ਆ, ਘੀਏ ਦੇ ਵਿੱਚ ਵੀ ਮੱਕੀ ਆ। ਅੱਗੇ ਆ ਜਾਓ। ਤੇ ਇਹ ਮੱਕੀ ਜਿਹੜੀ ਆ ਸਪੋਰਟ ਕਰ ਰਹੀ ਆ। ਹਾਂਜੀ, ਆ ਦੇਖੋ ਨਾ, ਤੁਸੀਂ ਦੇਖ ਰਹੇ ਹੋ। ਹਾਂਜੀ, ਇਹ ਕਾਵਾਂ ਤੋਤਿਆਂ ਨੇ ਕੋਸ਼ਿਸ਼ ਕੀਤੀ ਹੋਈ ਆ ਆਪਣੀ ਖੁਰਾਕ ਲੈਣ ਦੀ। ਅੱਗੇ ਆ ਜਾਓ ਵੀਰ ਜੀ। ਇਹ ਦੇਖੋ, ਇਹਦੇ 'ਚ ਮੱਕੀ ਵੀ ਨਜ਼ਰ ਆ ਰਹੀ ਆ, ਘੀਆ ਵੀ ਆ। ਹਾਂਜੀ, ਔਰ ਘੀਆ ਜਿਹੜਾ ਆ ਇਹ ਡਿਵੈਲਪ ਹੋ ਗਿਆ, ਇਹ ਸਾਰਾ ਏਰੀਆ ਕਵਰ ਕਰ ਜਾਏਗਾ। ਹਾਂਜੀ, ਇਹ ਸਾਰਾ ਜਿੰਨਾ ਖਾਲੀ ਥਾਂ ਆ ਇਹ ਤਕਰੀਬਨ 2.5 ਮੀਟਰ ਚੌੜਾ ਬੈੱਡ ਆ। ਹਾਂਜੀ, ਔਰ 2.5 ਮੀਟਰ ਚੌੜੇ ਬੈੱਡ ਨੂੰ ਕਵਰ ਕਰ ਜਾਣਾ ਆ। ਮੱਕੀ ਜਿਹੜੀ ਆ ਇਹ ਕਾਵਾਂ ਤੋਤਿਆਂ ਵਾਸਤੇ ਆ, ਤੇ ਮੱਕੀ ਦੇ ਉੱਪਰ ਘੀਆ ਲਮਕੇਗਾ। ਹਾਂਜੀ ਹਾਂਜੀ ਹਾਂਜੀ, ਉਹਨਾਂ ਵਾਸਤੇ ਆ। ਹਾਂਜੀ, ਉਹਨਾਂ ਦਾ ਸ਼ੇਅਰ ਆ ਨਾ, ਹਿੱਸਾ ਉਹਨਾਂ ਦਾ। ਹਾਂਜੀ, ਕਿਉਂਕਿ ਸਾਨੂੰ ਮੱਕੀ ਦੀ ਲੋੜ ਨਹੀਂ, ਸਾਨੂੰ ਕਰੇਲੇ ਦੀ ਲੋੜ ਆ। ਔਰ ਮੱਕੀ ਨੇ ਮੌਸਮ ਕੂਲ ਰੱਖਿਆ ਹੋਇਆ। ਇਹ ਜਦੋਂ ਘੀਆ ਹੋਏਗਾ ਇਹਦੇ ਉੱਪਰ ਚੜ੍ਹ ਜਾਏਗਾ, ਉੱਪਰ ਹੀ ਤੁਹਾਨੂੰ ਘੀਆ ਲਮਕਦਾ ਜਿਹੜਾ ਆ ਨਾ ਉਹ ਨਜ਼ਰ ਆਏਗਾ। ਹਾਂਜੀ, ਹੁਣ ਇਹ ਸਾਰਾ ਦੇਖੋ ਨਾ, ਇਹ ਅੱਜ ਤੋੜਿਆ। ਹਾਂਜੀ, ਤੇ ਇਹ ਹੁਣ ਅਸੀਂ ਹਰ ਤੀਜੇ ਦਿਨ ਇਹ ਤੋੜਿਆ ਕਰਾਂਗੇ। ਹੌਲੀ ਹੌਲੀ ਸਾਰੀ ਪੈਲੀ ਜਿਹੜੀ ਆ ਤੁਹਾਨੂੰ ਘੀਆ ਨਜ਼ਰ ਆਏਗਾ, ਵਿੱਚੋਂ ਖਾਲੀ ਜਗ੍ਹਾ ਜਿਹੜੀ ਆ ਨਜ਼ਰ ਨਹੀਂ ਆਏਗਾ। ਜਿਹੜਾ ਹੁਣ ਖਰਪਤਵਾਰ ਘਾਹ ਫੂਸ ਆਏਗਾ ਉਹਨੂੰ ਅਸੀਂ ਕੱਢਣਾ ਨਹੀਂ, ਕਿਉਂਕਿ ਪੌਦਾ ਡਿਵੈਲਪ ਹੋ ਚੁੱਕਾ, ਹੋਰ ਡਿਵੈਲਪ ਹੋਣਾ ਇਹਨਾਂ ਨੇ, ਔਰ ਉਹ ਧਰਤੀ ਨੂੰ ਠੰਡਾ ਰੱਖੇਗਾ। ਇੱਕ ਸਟੇਜ ਦੇ ਉੱਤੇ ਜਿਹੜਾ ਘਾਹ ਫੂਸ ਆ ਉਹ ਨੁਕਸਾਨ ਕਰਦਾ, ਇੱਕ ਸਟੇਜ 'ਤੇ ਘਾਹ ਫੂਸ ਜਿਹੜਾ ਉਹ ਫਾਇਦਾ ਵੀ ਸਾਡਾ ਕਰਦਾ। ਹਾਂਜੀ, ਤੇ ਇਸ ਕਰਕੇ ਇਹ ਸਾਨੂੰ ਬੜਾ ਸੋਚਣ ਵਾਲਾ ਵਿਸ਼ਾ ਆ ਵੀ ਕੌਣ ਖਾ ਰਿਹਾ, ਕੌਣ ਬਣਾ ਰਿਹਾ, ਔਰ ਸਪੋਰਟ ਅਸੀਂ ਕਿਵੇਂ ਇਹਨਾਂ ਜੀਵ ਜੰਤੂਆਂ ਦੀ ਲੈ ਸਕਦੇ ਹਾਂ। ਤੁਸੀਂ ਦੇਖ ਰਹੇ ਹੋ ਕਿ ਤੋਤੇ ਡਾਰਾਂ ਦੀਆਂ ਡਾਰਾਂ ਜਿਹੜੀਆਂ ਉਹ ਕਿੰਨੀ ਸਪੀਡ ਦੇ ਵਿੱਚ ਜਾ ਰਹੇ ਆ। ਕਿੱਥੇ ਆ ਦੇਖੋ, ਸਾਰੇ ਖੁਰਾਕ ਲੈ ਕੇ ਆਏ ਆ। ਹਾਂਜੀ, ਪਲਟਣਾ ਦੀਆਂ ਪਲਟਣਾ ਆ ਰਹੇ ਨੇ। ਕਾਂ ਵੀ ਇਸ ਤਰ੍ਹਾਂ ਨਹਿਰ ਦੇ ਦੁਆਲੇ ਦੁਆਲੇ ਕੋਈ 5-7 ਹਜ਼ਾਰ ਬੈਠਾ ਹੋਣਾ। ਇਵੇਂ ਸਾਡੇ ਕੋਲ ਪ੍ਰਵਾਸੀ ਪੰਛੀ ਆਉਂਦੇ, ਗੀਚ ਸਾਈਬੇਰੀਆ ਤੋਂ ਆਉਂਦੇ ਆ। ਗੀਜ ਪੰਛੀ ਤਕਰੀਬਨ 250-300 ਆ ਵੇਖੋ ਤੋਤੇ ਜਾ ਰਹੇ ਕਿਵੇਂ। ਹਾਂਜੀ, ਔਰ ਇਹਨਾਂ ਨੇ ਸਵੇਰੇ ਅਰਲੀ ਮਾਰਨਿੰਗ ਇੱਥੇ ਅਟੈਕ ਕਰਨਾ ਮੱਕੀ ਦੇ ਉੱਤੇ। ਹਾਂਜੀ, ਔਰ ਜਿਹੜੇ ਅਨਾਰ ਆ ਉਹਨਾਂ ਦੇ ਵਿੱਚ ਮੱਕੀ ਲਾਈ ਹੋਈ ਆ, ਕਿਉਂਕਿ ਜਿਹੜੇ ਅਨਾਰ ਆਉਣਗੇ ਤੋਤੇ ਨੇ ਖਾਣੇ ਆ, ਪਰ ਉਹ ਤੋਤਾ ਅਨਾਰ ਨਹੀਂ ਖਾਏਗਾ, ਉਹ ਮੱਕੀ ਖਾਏਗਾ। ਮੱਕੀ ਖਾਣੀ ਉਹਨੂੰ ਆਸਾਨ ਆ। ਹਾਂਜੀ, ਇਸ ਕਰਕੇ ਉਹਦਾ ਪ੍ਰਬੰਧ ਪਹਿਲਾਂ ਹੀ ਅਸੀਂ ਕੀਤਾ ਹੋਇਆ। ਜੇ ਸੁੰਡੀ ਨੇ ਹਲਵਾ ਖਾਣਾ ਸੀ ਤਾਂ ਆ ਦੇਖੋ ਤੋਤੇ ਪਲਟਣ ਦੀਆਂ ਪਲਟਣਾ ਆ ਰਿਹਾ। ਹਾਂਜੀ, ਜਿਹੜਾ ਮਤਲਬ ਸੁੰਡੀ ਨੇ ਹਲਵਾ ਜਦੋਂ ਅਸੀਂ ਬੀਜਿਆ ਖਾਣਾ ਸੀ, ਆ ਦੇਖੋ ਦੇਖੋ, ਆ ਦੇਖੋ ਜਰਾ ਉੱਪਰ। ਹਾਂਜੀ, ਉਹ ਦੇਖੋ ਕੈਮਰਾ, ਆ ਦੇਖੋ ਉਹ ਗਏ ਜੇ, ਉਹ ਦੇਖੋ। ਹਾਂਜੀ ਹਾਂਜੀ, ਟਾਈਮ ਹੋ ਗਿਆ, ਪਤਾ ਨਹੀਂ ਕਿੰਨੇ ਕਿਲੋਮੀਟਰ ਗਏ ਹੋਣੇ ਖੁਰਾਕ ਲੈਣ ਵਾਸਤੇ। ਹਾਂਜੀ, ਤੇ ਹੁਣ ਇਹ ਸਾਰੇ ਇੱਥੇ ਆਣ ਕੇ ਤੇ ਇਹਨਾਂ ਨੇ ਬਹਿ ਜਾਣਾ। ਜਿਹੜਾ ਇਹ ਤੁਹਾਡੇ ਆਪਣਾ ਇੱਥੇ ਕੁਦਰਤੀ ਖੇਤੀ ਦਾ ਪ੍ਰਬੰਧ ਹੈ, ਇਹਦੇ ਵਿੱਚ ਜਿੰਨੇ ਮਾਈਕਰੋ ਹਾਂਜੀ, ਜਿਹੜੇ ਛੋਟੇ ਜੀਵ ਹੈਗੇ ਆ, ਕੀਟ ਹੈਗੇ ਆ, ਪੰਛੀ ਹੈਗੇ, ਪਸ਼ੂ ਹੈਗੇ, ਮਤਲਬ ਕੁਦਰਤ ਦੀ ਟੋਟਲ ਜਿਹੜੀ ਕਾਇਨਾਤ ਦੇ ਵਿੱਚ ਸੰਜੀਵ ਚੀਜ਼ ਆ, ਸਾਰੇ ਦਾ ਹੀ ਇੱਥੇ ਬੈਲੈਂਸ ਹੈ ਇੱਕ। ਬਿਲਕੁਲ ਬਿਲਕੁਲ। ਦੇਖੋ 84 ਲੱਖ ਜੂਨ ਸੰਤ ਗੁਰੂ ਸਾਹਿਬ ਨੇ ਦੱਸਿਆ ਆ। ਇਹ ਜਿਹੜੀ 84 ਲੱਖ ਜੂਨ ਆ, ਹਰ ਇੱਕ ਦਾ ਰੋਲ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਮੱਖੀ ਮਰ ਗਈ, ਟਿੱਡੀ ਮਰ ਗਈ, ਕੀੜੀ ਮਰ ਗਈ, ਕੀੜਾ ਮਰ ਗਿਆ, ਸਾਨੂੰ ਪਰੰਪਰਾ ਅਨੁਸਾਰ ਸੰਸਕਾਰ ਨਹੀਂ ਕਰਨਾ ਪਿਆ ਚੁੱਕ ਕੇ, ਮੁਸਲਮਾਨ ਨੂੰ ਉਹਨੂੰ ਦਫਨਾਉਣਾ ਨਹੀਂ ਪਿਆ। ਇਹ ਗਏ ਕਿੱਥੇ, ਸੋਚਣ ਵਾਲਾ ਵਿਸ਼ਾ। ਤੁਹਾਨੂੰ ਹੂੰਝ ਕੇ ਇਕੱਠੇ ਕਰਕੇ ਸੁੱਟਣੇ ਵੀ ਨਹੀਂ ਪਏ। ਹਾਂਜੀ, ਕੁਦਰਤ ਨੇ ਕਿਹਾ ਹੇ ਮਨੁੱਖ, ਇਹਨੂੰ ਤੂੰ ਨਹੀਂ ਸੰਭਾਲਣਾ, ਇਹਨੂੰ ਮੈਂ ਹੀ ਸੰਭਾਲ ਦਿਆਂਗਾ। ਉਹ ਵਾਜੂ ਮੰਡਲ 'ਚ ਸਮੋ ਜਾਂਦੇ ਆ। ਇਸ ਬੜਾ ਸੋਚਣ ਵਾਲਾ ਵਿਸ਼ਾ ਆ।
ਵਾਯੂਮੰਡਲ 'ਚ ਸਮੋ ਜਾਂਦੇ ਆ। ਹਾਂਜੀ, ਕੁਛ ਕੀਟ ਨੂੰ ਪੰਛੀ ਵੀ ਖਾਂਦੇ ਆ, ਔਰ ਬਹੁਤ ਸਾਰੇ ਜਿਹੜੇ ਆ ਉਹ ਆਪਣੇ ਆਪ, ਮੱਖੀ ਦੀ ਉਮਰ ਕਿੰਨੇ ਦਿਨ ਆ? 3 ਦਿਨ ਦੇ ਕਰੀਬ। ਔਰ ਮੱਛਰ ਦੀ ਉਮਰ ਕਿੰਨੀ? ਇਹ ਸਾਰਾ ਜਿਹਦਾ ਮਤਲਬ ਬਰਥ ਰੇਟ ਜ਼ਿਆਦਾ, ਉਹਦਾ ਡੈਥ ਰੇਟ ਵੀ ਜ਼ਿਆਦਾ। ਔਰ ਕੁਦਰਤ ਨੇ ਮਨੁੱਖ ਨੂੰ ਕਿਹਾ ਵੀ ਇਹ ਸਫਾਈ ਤੇਰੀ ਮੈਂ ਕਰ ਦਿਆਂਗਾ, ਤੂੰ ਫਿਕਰ ਨਾ ਕਰ। ਹਾਂਜੀ, ਪਰ ਕਿਤੇ ਕਿਤੇ ਉਹਨੂੰ ਹੋਰ ਵੀ ਸਫਾਈ ਕਰਨੀ ਪੈਂਦੀ ਆ। ਮੈਨੂੰ ਕਹਿ ਕੇ ਦੁੱਖ ਹੋ ਰਿਹਾ, ਜਿਵੇਂ ਕੋਈ ਕਲੈਮਟੀ ਆਉਂਦੀ ਆ। ਔਰ ਕਿਉਂ ਆਉਂਦੀ ਆ? ਕਿਉਂਕਿ ਜਦੋਂ ਅਸੀਂ ਕੁਦਰਤ ਨਾਲ ਛੇੜਖਾਨੀ ਕਰਦੇ ਹਾਂ, ਜਦੋਂ ਵਾਤਾਵਰਨ, ਜਦੋਂ ਹੀਟ ਵੱਧੇਗੀ ਤੇ ਗਲੇਸ਼ੀਅਰ ਖੁਰਨਗੇ, ਤੇ ਗਲੇਸ਼ੀਅਰ ਦੇ ਥੱਲੇ ਜਿਹੜੇ ਜਵਾਲਾਮੁਖੀ ਉਹ ਫਟਣਗੇ, ਤੇ ਫਟਣਗੇ ਤੇ ਕਿਹਦਾ ਨੁਕਸਾਨ ਕਰਨਗੇ? ਹਾਂਜੀ, ਪਰ ਕਿਉਂ ਫਟਣਗੇ? ਹਾਂਜੀ, ਸਾਡੇ ਕਾਰਨ, ਕਿਉਂਕਿ ਅਸੀਂ ਦਰਖਤ ਕੱਟ ਦਿੱਤੇ। ਧਰਤੀ 'ਤੇ 33% ਦਰਖਤ ਚਾਹੀਦੇ ਆ, ਪਹਾੜੀ ਏਰੀਏ 'ਚ ਵੱਧ, ਮੈਦਾਨੀ 'ਚ ਉਸ ਤੋਂ ਘੱਟ। ਔਰ ਹੁਣ ਇਸ ਵੇਲੇ 5.1 ਰਹਿ ਗਿਆ। ਹਰ ਸਾਲ ਨਾਅਰਾ ਦਿੱਤਾ ਜਾਂਦਾ, 5 ਅਗਸਤ 5 ਜੂਨ ਲੰਘੀ ਆ, ਇਨਵਾਇਰਮੈਂਟ ਡੇ। ਹਾਂਜੀ, ਫੋਟੋਆਂ ਲਵਾ ਲਈਆਂ, ਅਖਬਾਰਾਂ 'ਚ ਲੱਗ ਗਈਆਂ, ਸਪੀਚਾਂ ਕਰ ਲਈਆਂ। ਧਰਤੀ 'ਤੇ ਪੌਦੇ ਕਿੰਨੇ ਲਾਏ ਆ? ਜੇ ਤੁਸੀਂ ਪੌਦੇ ਲਾਏ ਸੀ ਤੇ ਉਹਦੇ ਵਿੱਚੋਂ ਸਰਵਾਈਵ ਕਿੰਨੇ ਕੀਤੇ ਆ? ਸੋਚਣ ਵਾਲਾ ਵਿਸ਼ਾ ਇਹ ਆ। ਔਰ ਹਰ ਮਨੁੱਖ ਨੇ ਕਦੀ ਸੋਚਿਆ ਵੀ ਸਾਲ ਤਾਂ ਮੇਰਾ ਬੀਤ ਗਿਆ ਪਰ ਮੈਂ ਪੌਦਾ ਦੇ ਕੋਲ ਲਾਇਆ ਨਹੀਂ। ਜੇ ਪੌਦਾ ਲਾਇਆ ਤੇ ਉਹਨੂੰ ਮੈਂ ਪਾਲਿਆ ਤੇ ਹੈ ਨਹੀਂ, ਤੇ ਕੱਟੇ ਕਿੰਨੇ ਆ? ਨੁਕਸਾਨ ਕਿੰਨਾ ਕੀਤਾ? ਹਾਂਜੀ, ਇਹ ਮਤਲਬ ਸਾਨੂੰ ਸੋਚਣਾ ਚਾਹੀਦਾ। ਹਾਂਜੀ, ਕਿ ਅਸੀਂ ਜੇ ਇੱਥੇ ਰਹਿ ਰਹੇ ਹਾਂ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਮਤਲਬ ਠੀਕ ਵਾਤਾਵਰਨ ਛੱਡ ਕੇ ਜਾਈਏ, ਸਾਡੀ ਡਿਊਟੀ ਬਣਦੀ ਆ। ਹਾਂਜੀ, ਕਿਉਂਕਿ ਪਰਮਾਨੈਂਟ ਕੁਛ ਨਹੀਂ ਹੈ। ਹਾਂਜੀ, ਕਿਉਂਕਿ ਇਹ ਸਾਰਾ ਕੁਝ ਟੈਂਪਰੇਰੀ ਆ, ਇੱਕ ਡਰਾਮਾ ਆ। ਔਰ ਸਾਨੂੰ ਸਟੇਜ 'ਤੇ ਰੋਲ ਠੀਕ ਕਰਕੇ ਹੀ ਜਾਣਾ ਚਾਹੀਦਾ, ਕਿਉਂਕਿ ਦਰਸ਼ਕ ਦੇਖ ਰਹੇ ਆ, ਉਹ ਸਾਨੂੰ ਫਿਟਕਾਰ ਨਾ ਪਾਉਣ। ਹਾਂਜੀ, ਗਏ ਨੂੰ ਇਹ ਕਹਿਣ ਵੀ ਹਾਂ ਵੀ ਬੰਦਾ ਠੀਕ ਸੀ, ਉਹਨੇ ਠੀਕ ਕੰਮ ਕੀਤਾ, ਤੇ ਕਹਿਣਗੇ ਜੀ ਉਹਨੇ ਤੇ ਗੰਦ ਪਾਇਆ ਸੀ, ਦਫਾ ਹੋਇਆ, ਚੰਗਾ ਹੋਇਆ। ਕੋਈ ਉਹਨੂੰ ਚੰਗਾ ਕਹੇਗਾ, ਬਹੁਤੇ ਮਾੜਾ ਹੀ ਕਹਿਣਗੇ। ਸੋ ਇਹ ਵਿੱਚ ਸੋਚਣ ਵਾਲੀ ਲੋੜ। ਕਿਸਾਨ ਜਾਂ ਜ਼ਿਮੀਂਦਾਰ ਆਪਣਾ ਫਾਰਮ ਦੇਖਣ ਆਉਂਦੇ ਆ? ਬਹੁਤ ਸਾਰੇ ਜੀ, ਸਾਡੇ ਕੋਲ ਰੋਜ਼ ਰੌਣਕਾਂ ਰਹਿੰਦੀਆਂ। 5-7 ਗਰੁੱਪ ਡੇਲੀ ਆ ਹੀ ਜਾਂਦੇ ਆ। ਬਾਹਰ ਦੀਆਂ ਯੂਨੀਵਰਸਿਟੀਆਂ, ਬਾਮਾ ਜੀ ਨੇ ਵੀ ਆਉਣਾ ਸੀ, ਅਮਰੀਕਾ ਜਿਹੜੇ ਰਾਸ਼ਟਰਪਤੀ ਰਹੇ ਨੇ, ਉਹਨਾਂ ਦੇਖਣ ਵਾਸਤੇ ਆਉਣਾ ਸੀ। ਪ੍ਰੋਗਰਾਮ ਬਣ ਗਏ। 32 ਬੰਦੇ ਵਾਈਟ ਹਾਊਸ ਤੋਂ ਆਏ ਸੀ ਪਹਿਲਾਂ, ਫਿਰ 3-4 ਬਾਅਦ 'ਚ ਆਏ, 3-4 ਫਿਰ ਬਾਅਦ 'ਚ ਆਏ। ਸਾਨੂੰ ਉਹਨਾਂ ਅੰਬੈਸੀ 'ਚ ਵੀ ਬੁਲਾ ਕੇ ਚਾਹ ਵੀ ਪਿਲਾਈ ਉੱਥੇ ਦਿੱਲੀ ਦੇ ਵਿੱਚ। ਪਰ ਉਹ ਪ੍ਰੋਗਰਾਮ ਜਿਹੜਾ ਸੀ ਅੰਮ੍ਰਿਤਸਰ ਦਾ, ਕੈਂਸਲ ਹੋ ਗਿਆ ਸੀ ਕਿਸੇ ਕਾਰਨ, ਅਤੇ ਓਬਾਮਾ ਇੱਥੇ ਨਹੀਂ ਆ ਸਕਿਆ। ਸਾਰੀਆਂ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਹੋਈਆਂ ਸੀਗੀਆਂ। ਔਰ ਅਸੀਂ ਵੇਖੋ, ਪਿੰਗਲਵਾੜਾ ਭਗਤ ਪੂਰਨ ਸਿੰਘ ਜੀ ਮਨੁੱਖਤਾ ਦੀ ਸੇਵਾ ਸਾਰੀ ਉਮਰ ਉਹਨਾਂ ਨੇ, ਕੋਈ ਕੱਪੜਾ ਨਹੀਂ, ਜੇ ਕਿਤੇ ਮਰੀਜ਼ ਰਾਤ ਆ ਗਿਆ ਤੇ ਬਿਸਤਰਾ ਹੈ ਨਹੀਂ, ਤੇ ਆਪਣਾ ਬਿਸਤਰਾ ਕੱਢ ਕੇ ਮਰੀਜ਼ ਨੂੰ ਦੇਤਾ, ਆਪ ਸਵਾਹ ਗਰਮ ਕੱਢ ਕੇ ਵੀ ਰਾਤ ਕੱਟ ਲਈ ਬੋਰੀ ਵਿਛਾ ਕੇ। ਹਾਂਜੀ, ਤੁਸੀਂ ਭਗਤ ਜੀ ਦੇ ਜੀਵਨ ਨੂੰ ਪੜ੍ਹਿਆ ਹੋਇਆ। ਹਾਂਜੀ, ਅਤੇ ਇਹ ਜਿਹੜਾ ਬੀਬੀ ਜੀ ਨੇ ਅੱਗੇ ਵਧਾਇਆ ਇਸ ਸਾਰੇ ਨੂੰ, ਅਤੇ ਇਹ ਵਧਾਇਆ ਮਨੁੱਖਤਾ ਦੀ ਸੇਵਾ ਵਾਸਤੇ। ਔਰ ਸੇਵਾ ਜਿਹੜੀ ਆ, ਦਾਨੀ ਸੱਜਣਾ ਦਾ ਬੜਾ ਧਿਆਨ ਹੈ ਪਿੰਗਲਵਾੜੇ ਵੱਲ। ਕਦੀ ਕੋਈ ਪੈਸੇ ਦੀ ਘਾਟ ਨਹੀਂ ਆਈ। ਮੈਡੀਸਨ ਜਿਹੜੀ ਲੱਖਾਂ ਰੁਪਏ ਦੀ ਮਹੀਨੇ ਦੀ ਲੱਗਦੀ ਆ। ਹਾਂਜੀ, ਸਾਰੇ ਮੁਲਾਜ਼ਮ ਵੀ ਮੈਡੀਸਨ ਲੈ ਲੈਂਦੇ ਆ। ਸਾਡੇ ਕੋਲ 1800 ਦੇ ਕਰੀਬ ਇਨਮੇਟਸ ਨੇ, ਸਾਡੇ ਭੈਣ ਭਰਾ। ਉਹਦੇ ਵਿੱਚ ਪੜ੍ਹਨ ਵਾਲੇ ਬੱਚੇ ਵੀ ਆ, ਕੋਈ MA ਇੰਗਲਿਸ਼ ਕਰ ਰਿਹਾ, ਕੋਈ MA ਮਿਊਜ਼ਿਕ ਕਰ ਰਿਹਾ ਆ, ਕੋਈ BTech ਕਰਕੇ ਨੌਕਰੀ 'ਤੇ ਲੱਗ ਗਿਆ, ਬਿਲਡਿੰਗ ਇੰਸਪੈਕਟਰ। ਆ ਹੁਣੇ ਸਾਡੇ ਕੋਲ ਬੱਚਾ ਗਿਆ ਆ, ਇਹ ਡੇਲੀ ਮੋਟਰਸਾਈਕਲ 'ਤੇ ਉੱਥੋਂ ਆਉਂਦਾ, ਮਾਨਾ ਵਾਲੇ ਤੋਂ। ਉਹਨੇ BA ਕਰ ਲਈ ਹੋਈ ਆ ਮਿਊਜ਼ਿਕ ਨਾਲ, ਅਤੇ ਮੈਂ ਇਹਨੂੰ ਕਿਹਾ ਵੀ MA ਮਿਊਜ਼ਿਕ ਵੀ ਕਰਨੀ ਆ ਅਤੇ ਖੇਤੀ ਵੀ ਸਿੱਖਣੀ ਆ। ਹਾਂਜੀ, ਅਤੇ ਅਸੀਂ ਉਹ ਕਹਿਣ ਤੋਂ ਭਾਵ ਹੈ ਕਿੰਨੀ ਖੁਸ਼ੀ ਹੁੰਦੀ ਆ ਕਿ ਸਾਡੇ ਪਿੰਗਲਵਾੜੇ ਦੇ ਸਾਰੇ ਬੱਚੇ ਕੀਰਤਨ ਕਰ ਲੈਂਦੇ, ਛੋਟੇ ਤੋਂ ਛੋਟਾ ਬੱਚਾ ਵੀ। ਔਰ ਤੁਸੀਂ ਦੇਖਿਆ ਉਹ ਅੰਮ੍ਰਿਤਧਾਰੀ ਬੱਚੇ ਉੱਥੇ, ਬੀਬੀ ਜੀ ਨੇ ਸਾਰਿਆਂ ਨੂੰ ਅੰਮ੍ਰਿਤ ਦੀ ਜਿਹੜੀ ਦਾਤ ਹੈ ਗੁਰੂ ਵੱਲੋਂ ਬਖਸ਼ਿਸ਼ ਹੋਈ ਆ, ਉਹ ਕਿਹਾ ਉਹਨਾਂ ਨੂੰ ਵੀ ਉਹ ਵੀ ਪ੍ਰਾਪਤ ਕਰੋ। ਔਰ ਜਦੋਂ ਬੱਚੇ ਸੰਡੇ ਨੂੰ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਉੱਥੇ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵੀ ਹੈ, ਇੱਥੇ ਹਰ ਬ੍ਰਾਂਚ 'ਚ ਗੁਰਦੁਆਰਾ ਸਾਹਿਬ ਆ, ਔਰ ਉੱਥੇ ਸਹਿਜ ਪਾਠ ਦੇ ਭੋਗ ਪਾਏ ਜਾਂਦੇ ਆ। ਔਰ ਜਿਹੜਾ ਖਾਣਾ ਆ ਉਹ ਦਾਨੀਆਂ ਦੀ ਬੜੀ ਮਤਲਬ ਅਸੀਂ ਮਿਹਰਬਾਨੀ, ਉਹਨਾਂ ਦੀ ਕਿਰਪਾ ਦੇ ਨਾਲ, ਸਤਿਗੁਰ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਹੁਕਮ ਦੇ ਨਾਲ ਹਰ ਰੋਜ਼ ਖਾਣਾ ਜਿਹੜਾ ਆ ਬੱਚਿਆਂ ਲਈ, ਮਰੀਜ਼ਾਂ ਵਾਸਤੇ ਅਲੱਗ ਬਣਦਾ। ਹਾਂਜੀ, ਅਲੱਗ-ਅਲੱਗ ਖਾਣਾ ਬਣਦਾ। ਹਾਂਜੀ, ਉੱਥੇ ਕੜੀ ਚਾਵਲ ਵੀ ਬਣਨਗੇ, ਖੀਰ ਵੀ ਬਣੇਗੀ, ਔਰ ਸਬਜ਼ੀਆਂ ਵੀ ਬਣਨਗੀਆਂ। ਔਰ ਸਾਡੀ ਜੇ ਕਦੀ ਸਬਜ਼ੀ ਵੱਧ ਜੇ, ਅਸੀਂ ਮੰਡੀ ਨਹੀਂ ਖੜਦੇ, ਅਸੀਂ ਚੁੱਪ ਕਰਕੇ ਗੁਰੂ ਘਰ ਲੰਗਰ ਚਲਾ ਆਉਂਦੇ ਹਾਂ, ਗੋਇੰਦਵਾਲ ਸਾਹਿਬ ਭੇਜ ਦਿੰਦੇ ਹਾਂ, ਕਿਉਂਕਿ ਇਹ ਸੰਗਤ ਦਾ ਆ, ਇਹ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ, ਇਹ ਸੰਗਤ ਦਾ ਆ। ਇਹ ਸਮਝੇ ਅਤੇ ਸੰਗਤ ਹੀ ਖਾਵੇ। ਬੀਜ ਅਸੀਂ ਕਣਕ ਸਾਡੇ ਕੋਲ 3-4 ਕਿਸਮ ਦੀ ਆ, ਸੋਨਾ ਮੋਤੀ ਵੀ ਆ, ਕਾਲੀ ਵੀ ਆ, ਸ਼ਰਬਤੀ ਵੀ ਆ, ਔਰ ਜਿਹੜੀ ਵਡਾਣਕ ਆ, ਹਾਂਜੀ, ਬੰਸੀ ਜਿਹਨੂੰ ਕਹਿੰਦੇ ਉਹ ਵੀ ਆ। ਹਾਂਜੀ, ਅਤੇ ਸਾਡੀ ਕੋਸ਼ਿਸ਼ ਇਹ ਹੁੰਦੀ ਆ, ਹੁਣ ਝੋਨਾ ਬਲੈਕ ਵੀ ਸਾਡੇ ਕੋਲ ਹੈਗਾ, ਪਾਕਿਸਤਾਨੀ ਬਾਸਮਤੀ। ਅਸੀਂ ਫਿਰ ਥੋੜ੍ਹਾ ਥੋੜ੍ਹਾ ਬੀਜ ਕਿਸਾਨਾਂ ਨੂੰ, ਲੋੜਵੰਦ ਜਿਹੜੇ ਆਉਣ, ਮਤਲਬ ਜਿਹੜੇ ਬੀਜਣਾ ਚਾਹੁਣ, ਉਹਨਾਂ ਨੂੰ ਅਸੀਂ ਦੇ ਦਿੰਦੇ ਹਾਂ, ਕਿਉਂਕਿ ਇਹ ਸੰਗਤ ਦਾ ਆ। ਹਾਂਜੀ, ਅਸੀਂ ਤਾਂ ਇੱਕ ਚੌਂਕੀਦਾਰ ਆਇਆ, ਹੋ ਸਕਦਾ ਕੱਲ੍ਹ ਨੂੰ ਤੁਹਾਨੂੰ ਮਿਲ ਜੇ ਚੌਂਕੀਦਾਰ ਆਏ। ਅਤੇ ਜਿੰਨਾ ਚਿਰ ਕਰ ਸਕਦੇ ਉਹਦਾ ਹੁਕਮ ਆ, ਅਤੇ ਇਹਨੂੰ ਅੱਛੇ ਤਰੀਕੇ ਨਾਲ ਨਿਭਾਉਣਾ ਚਾਹੀਦਾ। ਹਾਂਜੀ, ਬਾਕੀ ਤੁਸੀਂ ਆਲ ਲਿਵਿੰਗ ਥਿੰਗ ਦੀ ਫੀਲਿੰਗ ਆ, ਨੋਟ ਕਰੋ। ਪਸ਼ੂ ਪੰਛੀ ਦੀ ਵੀ ਫੀਲਿੰਗ ਆ, ਬਨਸਪਤੀ ਦੀ ਫੀਲਿੰਗ ਆ। ਤੁਸੀਂ ਉਹਨੇ ਦੇਖਿਆ ਸੀ, ਗਾਂ ਨੂੰ ਮੈਂ ਬੁਲਾਇਆ, ਉਹ ਗੇਟ ਖੋਲ੍ਹ ਕੇ ਜ਼ਬਾਨ ਨਾਲ
ਤੇ ਆ ਗਈ। ਹਾਂਜੀ, ਉਹਨੂੰ ਪਤਾ ਮੇਰਾ ਨਾਂ ਆ ਤੇ ਮੈਨੂੰ ਬੁਲਾਇਆ ਜਾ ਰਿਹਾ, ਮਤਲਬ ਫੀਲਿੰਗ ਆ। ਔਰ ਜਦੋਂ ਮੇਰੀ ਗੱਡੀ ਆਏਗੀ ਤੇ ਜਿਹੜੇ ਤਿੱਤਰ ਬਤੇਰੇ ਉਹ ਬੈਠੇ ਹੁੰਦੇ ਆ ਨਾ ਨਹਿਰ ਦੇ ਨਾਲ, ਉਹ ਮੇਰੀ ਗੱਡੀ ਦੇ ਪਾਸੇ ਨਹੀਂ ਹੁੰਦੇ। ਉਹ ਡਰਾਈਵਰ ਕਹੇਗਾ, ਮੇਰਾ ਸਾਥੀ, ਉਹ ਕਹੂ ਜੀ ਪਾਸੇ ਹੋ ਜਾਓ, ਸਾਨੂੰ ਛੇਤੀ ਆ, ਲੰਘ ਜਾਣ ਦਿਓ। ਜੇ ਕੋਈ ਦੂਜੀ ਗੱਡੀ ਆਏਗੀ ਫਿਰ ਉਹ ਉੱਡ ਜਾਣਗੇ। ਉਹਨਾਂ ਦੀ ਫੀਲਿੰਗ ਹੈ ਵੀ ਗੱਡੀ ਆਪਣੀ ਹੈ। ਹਾਂਜੀ, ਪਿੱਛੇ ਸਾਡੇ ਕੋਲ 2 ਸੱਪ ਸੀ, ਬੜੀ ਮਜ਼ੇ ਵਾਲੀ ਗੱਲ ਆ। ਤੇ ਉਹ ਫਿਰਦੇ ਰਹਿੰਦੇ ਸੀ, ਸਾਡੇ ਮਿੱਤਰ ਹੀ ਸੀਗੇ। ਤੇ ਉਹ ਇੱਕ ਦਿਨ ਇੱਕ ਸੱਪ ਨੇ ਥੋੜ੍ਹੀ ਜਿਹੀ ਦੁਸ਼ਮਣੀ ਕਰ ਲਈ ਤੇ ਉਹ ਖਤਮ ਹੋ ਗਿਆ। ਦੂਸਰਾ ਸੱਪ ਨੈਕਸਟ ਡੇ ਗੇਟ 'ਚ ਆਣ ਕੇ ਬੈਠ ਗਿਆ ਵੀ ਮੈਨੂੰ ਵੀ ਖਤਮ ਕਰ ਦਿਓ। ਫੀਲਿੰਗ ਦੇਖੋ, ਔਰ ਹੈਰਾਨ। ਹਾਂਜੀ, ਹੁਣ ਇਹ ਜਿੰਨੇ ਪੰਛੀ ਇੱਥੇ ਨੇ, ਇਹਨਾਂ ਸਾਰਿਆਂ ਨੂੰ ਪਤਾ ਵੀ ਇਹ ਕੌਣ ਨੇ, ਕਿਉਂਕਿ ਉਹ ਰੋਜ਼ ਆਉਂਦੇ ਨੇ। ਉਹਨਾਂ ਨੂੰ ਪਤਾ ਵੀ ਇਹਨਾਂ ਨੇ ਲਾਗੋਂ ਦੀ ਲੰਘ ਜਾਣਾ, ਕੁਛ ਨਹੀਂ ਕਹਿਣਾ। ਸੋ ਫੀਲਿੰਗ ਆ ਲਿਵਿੰਗ ਥਿੰਗ ਦੀ, ਅਸੀਂ ਕਹੀਏ ਬਨਸਪਤੀ ਦੀ ਵੀ ਫੀਲਿੰਗ ਆ। ਤੁਸੀਂ ਖੇਤ ਦੇ ਵਿੱਚ ਦੀ ਗੁਜ਼ਰਦੇ ਹੋ ਤੇ ਇਹਨਾਂ ਪੌਦਿਆਂ ਦੀ ਵੀ ਫੀਲਿੰਗ ਆ, ਕਿਉਂਕਿ ਇਹ ਲਿਵਿੰਗ ਥਿੰਗ ਹੈ। ਤੇ ਇਸ ਕਰਕੇ ਇਹ ਜਿਹੜੀ ਉਹਦੀ ਲੀਲਾ ਬੜੀ ਅਪਰੰਪਾਰ ਆ। ਇਹਦੇ ਵੱਲ ਸਾਨੂੰ ਬੜੇ ਧਿਆਨ ਦੇ ਨਾਲ ਦੇਖਣ। ਬਿਲਕੁਲ ਬਿਲਕੁਲ ਬਿਲਕੁਲ, ਜਿਹੜੀ ਖੇਤੀ ਆ ਇਹ ਉੱਤਮ ਖੇਤੀ ਇਸ ਕਰਕੇ ਕਿਹਾ ਗਿਆ ਕਿ ਕਿੰਨੇ ਕੀਟ ਜਿਨ੍ਹਾਂ ਨੂੰ ਅਸੀਂ ਦੇਖਿਆ ਹੀ ਨਹੀਂ, ਜਿਹੜੇ ਧਰਤੀ ਦੇ ਵਿੱਚ ਨੇ, ਉਹ ਵੀ ਖੁਰਾਕ ਲੈ ਰਹੇ ਆ। ਤੁਸੀਂ ਪਾਣੀ ਦਿੰਦੇ ਹੋ ਖੇਤ ਨੂੰ, ਫਸਲ ਨੂੰ, ਤੇ ਫਸਲ ਨੂੰ ਪਾਣੀ ਤੇ ਦਿੱਤਾ, ਉਹ ਕੀਟ ਦੀ ਖੁਰਾਕ ਵੀ ਨਾਲ ਬਣ ਗਈ ਆ। ਗੰਡੋਇਆ ਕਿੰਨਾ ਕੰਮ ਕਰ ਰਿਹਾ ਸਾਡੇ ਲਈ। ਹਾਂਜੀ, ਮੈਂ ਦੱਸਿਆ ਸਿਉਂਕ ਸਾਡੀ ਧਰਤੀ ਫਰਟਾਈਲ ਬਣਾ ਰਹੀ ਹੈ। ਔਰ ਅਸੀਂ ਰਾਉਂਡ ਅਪ ਪਾ ਕੇ ਸਪਰੇਆਂ ਕਰਕੇ ਸਾਰਾ ਕੁਛ ਮਾਰ ਰਹੇ ਹਾਂ। ਮਤਲਬ ਮਨੁੱਖ ਐਡਾ ਪਾਪੀ ਹੋ ਗਿਆ, ਹਾਂਜੀ, ਕਿ ਸ਼ਾਇਦ ਇਹਨੂੰ ਕੁਦਰਤ ਵਾਲਾ ਬਖਸ਼ੇਗਾ ਨਹੀਂ, ਲੱਗਦਾ ਜੋ ਹਾਲਾਤ ਬਣਦੇ ਜਾ ਰਹੇ ਆ। ਅਤੇ ਇਹ ਸਾਨੂੰ ਮਤਲਬ ਜਿਹੜੀਆਂ ਕੁਦਰਤ ਦੀਆਂ ਦਾਤਾਂ ਨਾ, ਉਹਨਾਂ ਨੂੰ ਸਮਝਣ ਦੀ ਲੋੜ ਆ, ਉਹਨਾਂ ਨਾਲ ਮੁਹੱਬਤ ਕਰਨ ਦੀ ਲੋੜ ਆ, ਉਹਨਾਂ ਨੂੰ ਪਿਆਰ ਕਰਨ ਦੀ ਲੋੜ ਆ। ਪਰ ਅਸੀਂ ਤਾਂ ਹੁਣ ਨਫ਼ਰਤ ਵਾਲਾ ਹੀ। ਹੁਣ ਜੇ ਲੱਗੇ ਨੇ ਪੌਦੇ, ਤੇ ਦੇਖੋ ਤੁਹਾਡੇ ਦੇਖਦਿਆਂ ਦੇਖਦਿਆਂ ਮੇਰਾ ਖਿਆਲ ਆ ਕੋਈ 1000-1500 ਤੋਤੇ ਜਿਹੜੇ ਉਹ ਆ ਗਏ ਨੇ। ਕਾਂ ਉਸ ਤੋਂ ਪਹਿਲਾਂ ਆਣ ਪਹੁੰਚੇ ਨੇ। ਔਰ ਪ੍ਰਵਾਸੀ ਪੰਛੀ ਇੱਥੇ ਆ ਜਾਂਦੇ ਦਸੰਬਰ ਦੇ ਵਿੱਚ ਅਤੇ ਮਾਰਚ ਵਿੱਚ ਚਲ ਜਾਂਦੇ ਆ। ਉਹਨਾਂ 'ਚ ਉਹ 5-7 ਪੰਛੀ ਨਹੀਂ ਗਏ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ, ਜਿਹੜੇ ਬੁੱਢੇ ਹੋ ਗਏ ਆ, ਉਹ ਨਹੀਂ ਗਏ। ਔਰ ਮੈਂ ਉਹਨਾਂ 'ਤੇ ਪੜ੍ਹਿਆ ਮੇਲ ਪਹਿਲਾਂ ਆਉਂਦਾ, ਫੀਮੇਲ ਬਾਅਦ 'ਚ ਆਉਂਦਾ। ਜਦੋਂ ਜਾਂਦੇ ਮੇਲ ਪਹਿਲਾਂ ਜਾਂਦਾ, ਫੀਮੇਲ ਬਾਅਦ ਜਾਂਦਾ। ਉੱਥੇ ਜਾ ਕੇ ਫਿਰ ਇਕੱਠੇ ਹੁੰਦੇ ਆ ਸਾਈਬੇਰੀਆ ਤੋਂ। ਰਡਾਰ ਸਿਸਟਮ ਆ। ਹਾਂਜੀ, ਔਰ ਜਦੋਂ ਉੜਦੇ ਆ ਉਹਨਾਂ ਦਾ ਕਦੀ ਐਕਸੀਡੈਂਟ ਨਹੀਂ ਹੋਇਆ ਉੱਤੇ। ਅਤੇ ਸਾਡਾ ਐਕਸੀਡੈਂਟ ਸੜਕ 'ਤੇ ਕਿਉਂ ਹੁੰਦਾ? ਸਾਨੂੰ ਤਾਂ ਬੜੀ ਬੁੱਧੀ ਬਖਸ਼ੀ ਪਰਮਾਤਮਾ ਨੇ। ਪਰ ਨਹੀਂ, ਸਾਡਾ ਇਹ ਹੁੰਦਾ ਕਿ ਜਿਹੜਾ ਲਾਗੋਂ ਦੀ ਗੱਡੀ ਲਾ ਕੇ ਲੰਘਿਆ, ਇਹ ਭੁੱਖਾ ਮਰਦਾ ਸੀ। ਓਏ ਐਡੀ ਲੰਮੀ ਕਾਰ ਕਿੱਥੋਂ ਲੈ ਆਇਆ? ਸਾਨੂੰ ਉਹਦੀ ਗੱਡੀ ਚੁੱਭਦੀ ਆ ਅਤੇ ਇਚਰਾਂ ਨੂੰ ਅਸੀਂ ਕਿਸੇ ਦੇ ਵਿੱਚ ਠੋਕ ਦਿੰਦੇ ਹਾਂ। ਪਰ ਪੰਛੀ ਦਾ ਉੱਡਣ ਵੱਲ ਧਿਆਨ ਆ, ਉਹਦਾ ਕੋਈ ਐਕਸੀਡੈਂਟ ਹੋ ਕੇ ਥੱਲੇ ਨਹੀਂ ਡਿੱਗਦੇ, ਭਾਵੇਂ 50 ਜਾ ਰਹੇ ਆ, ਭਾਵੇਂ 60 ਜਾ ਰਹੇ ਆ। ਸੋ ਉਹਦੀ ਜਿਹੜੀ ਲੀਲਾ ਆ ਬੜੀ ਅਪਰੰਪਾਰ, ਉਹਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਵੀਰ ਜੀ, ਜਿਸ ਖੇਤ ਦੇ ਵਿੱਚ ਅਸੀਂ ਖੜ੍ਹੇ ਹਾਂ, ਇੱਥੇ ਤੁਹਾਨੂੰ ਇੱਕ ਖੂਹ ਨਜ਼ਰ ਆ ਰਿਹਾ। ਸਾਡੇ 4 ਟਿਊਬਵੈੱਲ ਨੇ ਇੱਥੇ। 4 ਟਿਊਬਵੈੱਲਾਂ ਦਾ ਪਾਣੀ ਦਾ ਕਨੈਕਸ਼ਨ ਆ। ਇਹ ਖੂਹ 12 ਫੁੱਟ ਆ ਔਰ ਇਹ ਇੱਕ ਜੰਕਸ਼ਨ ਆ। ਅਸੀਂ ਜਿਹੜੀ ਵੀ ਮੋਟਰ ਚਲਾਵਾਂਗੇ ਉਹਦਾ ਪਾਣੀ ਇੱਥੇ ਆਏਗਾ ਔਰ ਜਿਸ ਖੇਤ ਦੇ ਵਿੱਚ ਨੱਕਾ ਖੋਲਾਂਗੇ ਉੱਥੇ ਪਾਣੀ ਜਾਏਗਾ। ਇਹ ਜਿਹੜੀ ਪਾਈਪ ਜਿਹਨੂੰ ਮੈਂ ਹੱਥ ਲਾ ਰਿਹਾ, ਇਹ ਹਵੇਲੀ ਦੇ ਵਿੱਚੋਂ ਜਿਹੜਾ ਅਸੀਂ ਜੀਵ ਅੰਮ੍ਰਿਤ ਬਣਾਉਂਦੇ ਹਾਂ, ਜਾਂ ਪਸ਼ੂ ਦਾ ਗੋਬਰ ਪਿਸ਼ਾਬ ਵਗੈਰਾ ਜਿਹੜਾ ਮਿਕਸ ਪਾਣੀ ਹੁੰਦਾ, ਉਹ ਇਹਦੇ ਰਾਹੀਂ ਅਸੀਂ ਭੇਜਦੇ ਹਾਂ। ਉਹ ਪਾਣੀ 'ਚ ਮਿਕਸ ਹੋ ਕੇ ਖੇਤ ਨੂੰ ਜਾਂਦਾ। ਧਰਤੀ ਦੀ ਫਰਟਾਈਲ ਸ਼ਕਤੀ ਆ, ਕਿਉਂਕਿ ਦੇਸੀ ਗਾਵਾਂ ਦਾ ਗੋਬਰ ਜਿਹੜਾ ਆ, ਉਹ ਮੈਂ ਟੈਸਟ ਵੀ ਕਰਾਇਆ ਆ, ਉਹਦੇ 'ਚ ਕਈ ਕਰੋੜ ਜੀਵਾਣੂ ਆ। ਪੰਤਨਗਰ ਯੂਨੀਵਰਸਿਟੀ ਤੋਂ ਟੈਸਟ ਕਰਾਇਆ ਸੀਗਾ। ਔਰ ਖੇਤ ਦੀ ਫਰਟਾਈਲ ਸ਼ਕਤੀ ਜਿਹੜੀ ਆ, ਇਹ ਜਿਹੜੇ ਮਿੱਤਰ ਸਾਡੇ ਜੀਵਾਣੂ ਜਿਹੜੇ ਆ, ਇਹੀ ਖੇਤ ਦੀ ਫਰਟਾਈਲ ਸ਼ਕਤੀ ਆ। ਔਰ ਤੁਸੀਂ ਬੋਰਡ 'ਤੇ ਪੜ੍ਹ ਰਹੇ ਹੋ, ਹਾਂਜੀ, ਇਹਦੇ 'ਤੇ ਲਿਖਿਆ ਟਿਊਬਵੈੱਲਾਂ ਦਾ ਪਾਣੀ ਅਤੇ ਜੀਵ ਅੰਮ੍ਰਿਤ ਦਾ ਮਿਸ਼ਰਣ। ਹਾਂਜੀ, ਇਹ ਸਾਡੀ ਧਰਤੀ ਜਿਹੜੀ ਇੱਥੋਂ ਦੀ ਆ, ਇਹਨੂੰ ਟਿੱਬਾ ਕਹਿੰਦੇ ਸੀਗੇ। ਸਭ ਤੋਂ ਘਟੀਆ ਧਰਤੀ ਇਸ ਇਲਾਕੇ ਦੀ। ਉੱਚੇ ਥਾਂ 'ਤੇ ਤੁਸੀਂ ਦੇਖ ਰਹੇ ਹੋ, ਸਾਈਡਾਂ 'ਤੇ ਧਰਤੀ ਸਾਰੀ ਨੀਵੀਂ ਆ, ਉੱਚੇ ਥਾਂ 'ਤੇ ਆ। ਔਰ ਇਸ ਵੇਲੇ ਸਭ ਤੋਂ ਫਰਟਾਈਲ ਧਰਤੀ ਇਹ ਬਣ ਗਈ। ਕਾਹਦੇ ਕਰਕੇ? ਜਿਹੜਾ ਅਸੀਂ ਗੋਹਾ, ਪਿਸ਼ਾਬ, ਦਫਾੜ, ਦਾਲਾਂ ਦਾ ਆਟਾ ਵਿੱਚ ਗੁੜ ਜਾਂ ਗੰਨੇ ਦਾ ਰਸ ਮਿਕਸਚਰ ਬਣਾ ਕੇ, ਤੁਹਾਨੂੰ ਮੈਂ ਬੁੱਕ ਵੀ ਦਿਆਂਗਾ, ਉੱਤੇ ਲਿਖਿਆ ਹੋਇਆ, ਉਹ ਵਰਤਦੇ ਹਾਂ। ਉਹਦੇ ਕਰਕੇ ਜੇ ਕਿਤੇ ਉਹ ਇਕੱਲਾ ਪੈ ਜਾਵੇ ਤਾਂ ਉੱਥੋਂ ਫਸਲ ਸੜ ਜਾਏਗੀ। ਸਾਡੀ ਇਸ ਸਾਲ ਮੇਥੀ ਵੀ ਖਰਾਬ ਹੋਈ ਥੋੜ੍ਹੀ ਜਿਹੀ। ਪਿਛਲੇ ਸਾਲ 1.5 ਕਨਾਲ ਬਰਸੀਨ, ਕਿਉਂਕਿ ਉਹ ਮੋਟਰ ਜਿਹੜੀ ਆ ਉਹ ਸਿੰਗਲ ਫੇਸ ਆ। ਜਿਹੜਾ ਆ ਰਿਹਾ ਇਹਦੇ ਵਿੱਚ, ਦੂਜੇ ਟਿਊਬਵੈੱਲ ਬੰਦ ਹੋ ਗਏ, ਉਹ ਮੋਟਰ ਬੰਦ ਨਹੀਂ ਕੀਤੀ ਔਰ ਜਿੱਥੇ ਉਹ ਇਕੱਲਾ ਪੈ ਗਿਆ ਉਹਨੇ ਉਹਨੂੰ ਸਾੜ ਦਿੱਤਾ। ਸਪਰਿੰਕਲਰ ਜਿਹੜਾ ਆ, ਉਹ ਅਸੀਂ ਇਹਦੇ ਵਿੱਚ ਪਾਈਪ ਸੁੱਟ ਦਿੰਦੇ ਹਾਂ ਔਰ ਉਹਦੇ ਅਸੀਂ ਜਿਹੜੀ ਮੋਟਰ ਆ 1.25 ਹਾਰਸ ਪਾਵਰ ਦੀ ਚਲਾਉਂਦੇ ਹਾਂ। ਆ ਜਿਹੜੀਆਂ ਪਾਈਪਾਂ ਪਈਆਂ ਹੋਈਆਂ ਨਾ ਤੁਹਾਡੇ ਕੋਲ ਸਾਰੇ ਥੱਲੇ, ਔਰ ਆਹ ਦੇਖੋ ਸਪਰਿੰਕਲਰ ਨਜ਼ਰ ਆ ਰਿਹਾ, ਸਾਡਾ ਆਪਣਾ ਬਣਾਇਆ ਹੋਇਆ। ਇਹ ਤੁਸੀਂ ਥੋੜ੍ਹਾ ਚਿਰ ਪਹਿਲਾਂ ਆਉਂਦੇ ਤਾਂ 4 ਸਪਰਿੰਕਲਰ ਜਿਹੜੇ ਆ ਚੱਲ ਰਹੇ ਸੀਗੇ। ਇੱਕ ਸਪਰਿੰਕਲਰ 90 ਫੁੱਟ ਲੈਂਦਾ, 45 ਔਰ 4 ਸਪਰਿੰਕਲਰ ਕੁਛ ਚਿਰ ਬਾਅਦ
ਤਕਰੀਬਨ ਅਸੀਂ ਅੱਧੇ ਘੰਟੇ ਬਾਅਦ ਚੁੱਕ ਕੇ ਥੋੜ੍ਹੀ ਜਗ੍ਹਾ ਦੀ ਸ਼ਿਫਟ ਕਰ ਦਿੰਦੇ ਹਾਂ। ਪਾਈਪਾਂ ਜਿਹੜੀਆਂ ਆ ਇੱਥੇ ਲੱਗੀਆਂ ਹੋਈਆਂ, ਔਰ ਸਪ੍ਰਿੰਕਲਰ ਪਾਣੀ ਦੀ ਜਿਹੜੀ ਵਿਧੀ ਸਭ ਤੋਂ ਨੰਬਰ 1 ਤਾਂ ਹੈਗਾ ਡ੍ਰਿਪ, ਸੈਕੰਡ ਹੈਗਾ ਸਪ੍ਰਿੰਕਲਰ ਜਿਹਨੂੰ ਜੀ ਜੀ ਜੀ। ਤਾਂ ਉਹ ਮਤਲਬ ਇਹ ਅਸਲ ਵਿਧੀ ਆ। ਜਿਹੜਾ ਫਲੱਡ ਇਰੀਗੇਸ਼ਨ ਆ ਉਹ ਪੌਦੇ ਦਾ ਦੁਸ਼ਮਣ ਆ। ਪੌਦਾ ਨਵੀਂ ਮੰਗਦਾ ਪਾਣੀ ਨੇ। ਕੋਈ ਵੀ ਪੌਦਾ ਆ, ਤੁਹਾਡਾ ਗਮਲੇ ਦਾ ਪੌਦਾ ਆ, ਉਹਦੀ ਕਾਲਰ ਦੇ ਦੁਆਲੇ ਪਾਣੀ ਚਾਹੀਦਾ, ਅਸੀਂ ਪਾਣੀ ਪਾ ਦਿੰਦੇ ਵੀ 2-3 ਦਿਨ ਪਾਣੀ ਦੀ ਲੋੜ ਹੀ ਨਾ ਪਵੇ। ਉਹ ਗਲਤ ਆ। ਫੰਗਸ ਆਏਗੀ ਤੇ ਬਿਮਾਰੀਆਂ ਆਉਣਗੀਆਂ। ਹਾਂ ਹਾਂਜੀ ਹਾਂਜੀ ਹਾਂਜੀ। ਜਦੋਂ ਅਸੀਂ ਖੂਹ ਵਾਹੁੰਦੇ ਸੀ, ਮੈਂ ਛੋਟਾ ਹੁੰਦਾ, ਉਹ ਖੂਹ ਦੀ ਗਾੜੀ 'ਤੇ ਬਹਿ ਕੇ ਝੂਟੇ ਵੀ ਲਏ ਆ। ਬੌਲਦ ਨੂੰ ਖੋਪੇ ਲਾਉਣੇ ਨੇ, ਝੂਟੇ ਨੂੰ ਤਾਂ ਨਹੀਂ, ਬੌਲਦ ਨੂੰ। ਔਰ ਉਹ ਗੇੜਾ ਦਈ ਆਉਂਦਾ ਸੀਗਾ, ਟਿੰਡਾਂ ਪਾਣੀ ਚੁੱਕਦੀਆਂ ਸੀਗੀਆਂ, ਔਰ ਬੜੇ ਹੀ ਛੋਟੇ ਕਿਆਰੇ ਪਾਉਂਦੇ ਸੀਗੇ। ਕੋਈ 2-2 ਕਰਮ ਦਾ ਕਿਆਰਾ, ਭਾਵ 10-10 ਫੁੱਟ ਚੌੜੇ, ਔਰ ਵੱਧ ਤੋਂ ਵੱਧ 20-25 ਫੁੱਟ ਲੰਬਾ, 30 ਫੁੱਟ ਕਿਆਰਾ ਹੁੰਦਾ ਸੀ। ਔਰ ਫਿਰ ਉਸ ਕਿਆਰੇ 'ਚੋਂ ਦੂਜੇ ਕਿਆਰੇ ਨੂੰ ਵੀ ਪਾਣੀ ਜਿਹੜਾ ਸੀ ਅਸੀਂ ਵੱਢ ਦਿੰਦੇ ਸੀਗੇ। ਔਰ ਜਦੋਂ ਇਹ ਨਹਿਰਾਂ ਆਈਆਂ, ਫਲੱਡ ਇਰੀਗੇਸ਼ਨ, ਪਾਣੀ ਲਾਇਆ, ਠੀਕ ਆ। ਆਪ ਹੁਣ ਕੀ ਆ ਕਿ ਇੱਕ ਖੇਤ 'ਚੋਂ ਦੂਜਾ ਖੇਤ, ਦੂਜੇ ਖੇਤ 'ਚੋਂ ਦੂਜਾ ਖੇਤ, ਫਿਰ ਅਸੀਂ ਯੂਰੀਆ ਦਾ ਸਹਾਰਾ ਲੈ ਰਹੇ ਹਾਂ। ਹਾਂ ਹਾਂਜੀ ਹਾਂਜੀ। ਅਤੇ ਇਹ ਜਿਹੜਾ ਫਲੱਡ ਇਰੀਗੇਸ਼ਨ ਆ, ਇਹਨੇ ਸਾਡਾ ਬਹੁਤ ਨੁਕਸਾਨ ਕੀਤਾ। ਔਰ ਫਿਰ ਮੇਰੀ ਬੇਨਤੀ ਆ ਕਿ ਧਰਤੀ ਦਾ ਪਾਣੀ ਸਾਂਭਣਾ ਪਏਗਾ। ਪਾਣੀ ਮੁੱਲ ਚਿੱਕੜ ਕਰਨਾ, ਕੱਦੂ ਕਰਨਾ। ਦੇਖੋ, ਝੋਨਾ ਜਿਹੜਾ ਪੰਜਾਬ ਦੀ ਫਸਲ ਨੇ, ਮਾਫ ਕਰਨਾ, ਇਹ ਬਿਹਾਰ ਵਗੈਰਾ ਦੀ ਫਸਲ ਆ। ਪਰ ਜ਼ਿਮੀਦਾਰ ਜਿਹੜਾ ਸੀਗਾ, ਇਹਨੇ ਸਾਰੇ ਦੇਸ਼ ਦੀ ਭੁੱਖ ਮਿਟਾਈ। ਜਦੋਂ ਦੇਸ਼ ਦੇ ਵਿੱਚ 65-66 ਦੇ ਦਹਾਕੇ ਦੇ ਵਿੱਚ ਅਨਾਜ ਦਾ ਕਾਲ ਸੀ, ਗ੍ਰੀਨ ਰੈਵੋਲੂਸ਼ਨ ਕੋਈ ਨਾਅਰਾ ਨਹੀਂ, ਇਹ ਆਪੇ ਬਣਾਇਆ ਹੋਇਆ ਨਾਅਰਾ। ਗ੍ਰੀਨ ਰੈਵੋਲੂਸ਼ਨ ਕਿਤੇ ਰਿਟਨ ਨਾਅਰਾ ਨਹੀਂ ਹੈਗਾ। ਤੁਸੀਂ ਯੂਨੀਵਰਸਿਟੀ ਨੂੰ ਪੁੱਛੋ ਜਾ ਕੇ, ਕਿਤੇ ਰਿਟਨ ਨਾਅਰਾ ਹੈਗਾ ਨਹੀਂ ਹੈਗਾ। ਔਰ ਗ੍ਰੀਨ ਰੈਵੋਲੂਸ਼ਨ ਦੀ ਆੜ ਹੇਠ ਕੰਪਨੀਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਆਪਣੀਆਂ ਜੇਬਾਂ ਭਰਨ ਦਾ ਮੌਕਾ ਮਿਲ ਗਿਆ। ਮਨਸੈਂਟੋ ਆ ਗਈ, ਐਕਸਲ ਆ ਗਿਆ, ਸਜੈਂਟਾ ਆ ਗਿਆ, ਬਾਇਰ ਆ ਗਿਆ। ਇਹ 12-13 ਵੱਡੀਆਂ ਵਿਦੇਸ਼ੀ ਕੰਪਨੀਆਂ ਆ ਗਈਆਂ, ਜਿਨ੍ਹਾਂ ਦਾ ਬਜਟ ਬਹੁਤ ਜ਼ਿਆਦਾ ਆ, ਵੱਡਾ ਬਜਟ ਆ। ਔਰ ਮੈਂ ਕਹਿਣ ਤੋਂ ਵੀ ਸੰਕੋਚ ਨਹੀਂ ਕਰਦਾ ਕਿ ਸਾਡੇ ਬੜੇ ਅਧਿਕਾਰੀਆਂ ਨੂੰ ਵੀ ਖੁਸ਼ ਕਰ ਦਿੰਦੇ ਆ, ਔਰ ਜਿਹਦੇ ਕਰਕੇ ਸਾਡਾ ਸੱਤਿਆਨਾਸ਼ ਜਿਹੜਾ ਆ ਹੋ ਰਿਹਾ। ਕਮਿਸ਼ਨ ਬੇਸ ਬਹੁਤ ਕੁਛ ਚੱਲ ਰਿਹਾ, ਔਰ ਕਿਸਾਨੀ ਸਾਰੀ ਕਰਜ਼ੇ 'ਚ ਦੱਬ ਗਈ। ਔਰ ਇਹ ਵੀ ਕਹਿਣ ਤੋਂ ਮੈਂ ਸੰਕੋਚ ਨਹੀਂ ਕਰਦਾ ਕਿ ਯੂਨੀਵਰਸਿਟੀ ਸਾਲ 'ਚ 2 ਵਾਰ ਮੇਲਾ ਲਾਉਂਦੀ ਹੈ। ਔਰ ਯੂਨੀਵਰਸਿਟੀ ਦਾ ਕੰਮ ਜਿਹੜਾ ਸੀ ਐਕਸਟੈਂਸ਼ਨ ਨਹੀਂ, ਯੂਨੀਵਰਸਿਟੀ ਦਾ ਕੰਮ ਹੈ ਰਿਸਰਚ ਵਰਕ। ਯੂਨੀਵਰਸਿਟੀ ਪੈ ਗਈ ਐਕਸਟੈਂਸ਼ਨ ਦੇ ਵਿੱਚ। ਵੱਡਾ ਹੈਪੀ ਸੀਡਰ, ਵੱਡਾ ਰੋਟਾਵੇਟਰ, ਵੱਡੀ ਸੀਡ ਡਰਿਲ, ਔਰ ਵੱਡਾ ਟਰੈਕਟਰ, ਏਸੀ ਟਰੈਕਟਰ। ਜ਼ਮੀਨ ਛੋਟੀ ਹੋ ਗਈ, ਟਰੈਕਟਰ ਵੱਡੇ ਹੋ ਗਏ। ਜੱਟ ਕਰਜ਼ੇ 'ਚ ਦੱਬਿਆ ਗਿਆ। ਹਰ ਜੱਟ 5 ਏਕੜ ਵਾਲੇ ਦੇ ਸਿਰ 'ਤੇ 80-90 ਲੱਖ ਦਾ ਕਰਜ਼ਾ। ਜਿਹੜਾ ਕੋਈ 10 ਏਕੜ ਵਾਲੀ ਪਰਸੈਂਟੇਜ ਬੜੀ ਥੋੜ੍ਹੀ ਆ, ਉਹਨਾਂ ਦੇ ਉੱਤੇ ਕਰਜ਼ਾ ਕਿੰਨਾ ਆ? 1 ਕਰੋੜ 40, 50, 60, 70 ਲੱਖ, ਜਿਹੜਾ ਕਦੀ ਵੀ ਵਾਪਸ ਨਹੀਂ ਹੋਣਾ। ਭਾਵ ਕਿਸਾਨੀ ਨੂੰ ਕਰਜ਼ੇ ਦੇ ਵਿੱਚ ਇਹ ਜਿਹੜਾ ਕਾਰਪੋਰੇਟ ਸਿਸਟਮ ਸੀ, ਇਹਨੇ ਦੱਬ ਦਿੱਤਾ। ਔਰ ਪਹਿਲਾ ਸਮਾਂ ਸੀਗਾ, ਕਿਸਾਨ ਦੇ ਸਿਰ ਕਰਜ਼ਾ ਨਹੀਂ ਸੀ ਹੁੰਦਾ, ਔਰ ਜੋ ਕਿਰਤ ਕਰਦਾ ਸੀਗਾ ਉਹਨੂੰ ਉਹ ਵੰਡ ਕੇ ਵੀ ਛਕਦਾ ਸੀਗਾ। ਅਤੇ ਹੁਣ ਜਿਹੜਾ ਇਸ ਵੇਲੇ ਯੁੱਗ ਆ, ਇਹਨੇ ਜਦੋਂ ਏਸੀ ਟਰੈਕਟਰ ਆ ਗਏ, ਵੱਡੇ ਟਰੈਕਟਰ ਆ ਗਏ, ਸਾਨੂੰ ਵੱਡਿਆਂ ਟਰੈਕਟਰਾਂ ਦੀ ਲੋੜ ਨਹੀਂ, ਸਾਨੂੰ ਤਾਂ ਛੋਟੇ ਟਰੈਕਟਰ ਦੀ ਲੋੜ ਹੈ, ਕਿਉਂਕਿ ਜ਼ਮੀਨ ਸਾਡੀ ਘੱਟ ਗਈ ਆ। ਅਤੇ ਇਹ ਹੁਣ ਬੜਾ ਕਿਸਾਨੀ ਦੇ ਨਾਲ ਧਰੋਹ ਹੋ ਰਿਹਾ, ਜਿਹੜਾ ਮਤਲਬ ਇਸ ਵੇਲੇ ਹਾਲ ਹੀ ਤਾਂ ਅਸੀਂ ਬਰਦਾਸ਼ਤ ਕਰੀ ਜਾ ਰਹੇ ਹਾਂ। ਔਰ ਕੀ ਕਰੀਏ, ਕਿਉਂਕਿ ਹੱਲ ਕੋਈ ਨਹੀਂ ਦਿਸ ਰਿਹਾ। ਔਰ ਇਹ ਕਿਸਾਨੀ ਜਿਹੜੀ ਸੀ, ਇਹਨੇ ਬੜੀ ਮਿਹਨਤ ਕੀਤੀ, ਦੇਸ਼ ਦੀ ਭੁੱਖ ਮਿਟਾਈ। ਹਾਂਜੀ, ਔਰ ਉਹਦਾ ਸਾਨੂੰ ਕੋਈ ਅਵਜ਼ਾਨਾ ਜਿਹੜਾ ਉਹ ਨਹੀਂ ਮਿਲਿਆ, ਜਿਹੜਾ ਮਿਲਣਾ ਚਾਹੀਦਾ ਸੀਗਾ। ਔਰ ਉਹ ਵਿੱਚੇ ਹੀ ਰੋਲ ਦਿੱਤਾ ਗਿਆ ਕਿਸਾਨੀ ਨੂੰ ਇਸ ਵੇਲੇ। ਔਰ ਹੁਣ ਸਾਡਾ ਅਨਾਜ ਚੁੱਕਣ ਤੋਂ ਵੀ ਆਨਾਕਾਨੀ ਕਰਦੇ, ਬੇਸ਼ੱਕ ਪ੍ਰੈਸ਼ਰ ਆ, ਚੁੱਕਿਆ ਗਿਆ। ਹਾਂਜੀ, ਔਰ ਕਿਸਾਨੀ ਸੰਘਰਸ਼ ਚੱਲ ਰਿਹਾ। ਸਾਨੂੰ ਸਾਰੇ ਮਾਈ ਭਾਈ ਨੂੰ ਉਹਦੇ ਵਿੱਚ ਹਿੱਸਾ ਜਿਹੜਾ ਆ ਉਹ ਪਾਉਣਾ ਚਾਹੀਦਾ, ਕਿਉਂਕਿ ਉਹ ਸਾਰਿਆਂ ਵਾਸਤੇ ਆ। ਔਰ ਉਹ ਲੋਕ ਦੇਖੋ ਜਿਹੜੇ ਮੰਡੀ ਦੇ ਬਾਹਰ ਕਾਲੇ ਮੋਮਜਾਮਾਂ ਥੱਲੇ ਮਾੜਾ ਜਿਹਾ ਬਾਂਸ ਦੀ ਲੱਕੜ ਦੇ ਕੇ ਆਪਣਾ ਟੱਬਰ ਪਾ ਰਹੇ ਆ, ਔਰ ਕੂੜੇ ਦੇ ਵਿੱਚੋਂ ਦਾਣੇ ਕੱਢ ਕੇ ਟੱਬਰ ਪਾਲਦੇ ਆ। ਜੇ ਅਡਾਨੀ ਬਾਨੀਆਂ ਕੋ ਇਹ ਸਾਰਾ ਐਗਰੀਕਲਚਰ ਚਲੇ ਗਿਆ ਅਤੇ ਮੰਡੀਕਰਨ ਸਿਸਟਮ ਬਦਲ ਗਿਆ, ਉਹ ਜਿਹੜੇ ਲੱਖਾਂ ਲੋਕ ਨੇ ਪੰਜਾਬ ਦੀਆਂ ਮੰਡੀਆਂ ਦੇ ਬਾਹਰ ਬੈਠੇ ਆ, ਤੁਸੀਂ ਵੇਖੋ ਮੰਡੀ ਦੇ 4 ਚੁਫੇਰੇ ਜਿਹੜਾ ਕੂੜਾ ਸੁੱਟਦੇ ਬਾਹਰ, ਉਹਦੇ 'ਚੋਂ ਦਾਣੇ ਕੱਢ ਕੇ ਟੱਬਰ ਪਾਲਦੇ। ਹਾਂਜੀ, ਔਰ ਦੇਖੋ ਨਾ, ਇਹ ਕਿਸਾਨੀ ਦੇ ਨਾਲ ਕਿੰਨੇ ਸਿਸਟਮ ਚੱਲ ਰਹੇ ਆ। ਬਾਜ਼ਾਰ ਕਿਸਾਨੀ ਨਾਲ ਚੱਲ ਰਿਹਾ, ਵਪਾਰੀ ਕਿਸਾਨੀ ਨਾਲ ਚੱਲ ਰਿਹਾ ਆ, ਆੜ੍ਹਤੀਆ ਕਿਸਾਨੀ ਨਾਲ ਚੱਲ ਰਿਹਾ, ਔਰ ਹਰ ਛੋਟੇ ਤੋਂ ਛੋਟਾ ਕਾਰੋਬਾਰ ਜਿਹੜਾ ਉਹ ਕਿਸਾਨੀ ਦੇ ਨਾਲ ਚੱਲ ਰਿਹਾ। ਔਰ ਜੇ ਇਹ ਕਾਰਪੋਰੇਟ ਘਰਾਣਿਆਂ ਕੋਲ ਖੇਤੀ ਚਲੀ ਗਈ ਅਤੇ ਇਹ ਸਾਰਾ ਕੁਛ ਜਿਹੜਾ ਆ ਇਹ ਰੁਲ ਜਾਏਗਾ। ਇਸ ਕਰਕੇ ਇਹ ਬਿਲਕੁਲ ਗਲਤ ਆ। ਔਰ ਤੁਸੀਂ ਆਏ ਹੋ
ਤੁਹਾਨੂੰ ਜੀ ਆਇਆਂ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਖੇਤੀਬਾੜੀ ਤੇ ਵਾਤਾਵਰਣ ਕੇਂਦਰ ਦੇ ਵੱਲੋਂ ਜੋ ਜਲ ਚੇਤਨਾ ਯਾਤਰਾ, ਉਹਦੇ ਤਹਿਤ ਅੱਜ ਅਸੀਂ ਪਿੰਗਲਵਾੜੇ ਦਾ ਸੰਸਥਾ ਦੇ ਵੱਲੋਂ ਜਿਹੜਾ ਇਹ ਕੁਦਰਤੀ ਖੇਤੀ ਦਾ ਫਾਰਮ ਆ, ਇੱਥੇ ਆਏ ਸੀਗੇ। ਤੇ ਇੱਥੇ ਆ ਕੇ ਮਤਲਬ ਬੜੇ ਵਿਸਤਾਰ ਦੇ ਵਿੱਚ ਭਾਈ ਸਾਹਿਬ ਨੇ ਸਾਨੂੰ ਜਿੰਨੀ ਵੀ ਇੱਥੇ ਕੁਦਰਤੀ ਖੇਤੀ ਹੋ ਰਹੀ ਹੈ ਉਹਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਆ। ਔਰ ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਕਿਸਾਨ ਪੰਜਾਬ ਦੇ ਵਿੱਚੋਂ ਜਾਂ ਕੋਈ ਵੀ ਇੱਥੇ ਆ ਕੇ ਦੇਖਣਾ ਚਾਹੁੰਦਾ ਕਿ ਕਿਸ ਤਕਨੀਕ ਦੇ ਨਾਲ ਖੇਤੀ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਜਿਹੜੀ ਰਲਵੀਂ ਖੇਤੀ ਦੀ ਗੱਲ ਆ ਕਿ ਇੱਕੋ ਖੇਤ ਦੇ ਵਿੱਚੋਂ ਵੱਧ ਫਸਲਾਂ ਲੈਣੀਆਂ ਨੇ, ਉਹ ਸਾਰਾ ਕੁਝ ਇਹਨਾਂ ਨੇ ਕਈ ਮਾਡਲ ਜਿਹੜੇ ਖਾਸ ਕਰਕੇ ਪਪੂਲਰਾਂ ਦੇ ਨਾਲ ਖੇਤੀ ਦਾ ਜਿਹੜਾ ਮਾਡਲ ਹੈ, ਉਹ ਇਹਨਾਂ ਨੇ ਦੱਸਿਆ ਕਿ ਪੂਰੇ ਇੰਡੀਆ ਦੇ ਵਿੱਚ ਹੋਰ ਕਿਤੇ ਵੀ ਨਹੀਂ ਹੈਗਾ ਜਿਹੜਾ ਇੱਥੇ ਆ, ਜਿਹਦੇ 'ਚੋਂ ਤੁਸੀਂ ਫਸਲ ਵੀ ਪੂਰੀ ਲੈ ਸਕਦੇ ਆ ਔਰ ਹਰ 3 ਸਾਲ ਬਾਅਦ ਜਿਹੜੀ ਪਪੂਲਰ ਦੀ ਫਸਲ ਆ ਉਹ ਵੀ ਮਿਲ ਜਾਂਦੀ ਆ। ਉਸ ਤੋਂ ਇਲਾਵਾ ਪਾਣੀ ਦੀ ਬੱਚਤ ਦੀਆਂ ਤਕਨੀਕਾਂ ਕਿ ਕਿਸ ਤਰੀਕੇ ਨਾਲ 95% ਤੱਕ ਪਾਣੀ ਬਚਾਇਆ ਜਾ ਸਕਦਾ ਔਰ ਕਿੱਦਾਂ ਇੱਕ ਤਵਾਜ਼ਨ ਬਣਾ ਕੇ ਕੁਦਰਤ ਦਾ ਆਪਾਂ ਬਿਨਾਂ ਕਿਸੇ ਰੇਹਾਂ ਸਪਰੇਹਾਂ ਜਾਂ ਜ਼ਹਿਰਾਂ ਪਾਏ ਤੋਂ ਵਧੀਆ ਖੇਤੀ ਜਿਹੜੀ ਆ ਉਹ ਕਰ ਸਕਦੇ ਆ। ਔਰ ਜਿਹੜੀਆਂ ਬੜੀਆਂ ਰੇਅਰ ਕਿਸਮਾਂ ਨੇ ਜਿਨ੍ਹਾਂ ਦੀ ਖਾਸ ਕਰਕੇ ਅੱਜ ਕੱਲ੍ਹ ਬੜੀ ਮੰਗ ਆਉਂਦੀ ਆ, ਆਰਗੈਨਿਕ ਜਾਂ ਕੁਦਰਤੀ ਕਣਕ ਦੇ ਤੌਰ ਦੇ ਉੱਪਰ ਜਾਂ ਹੋਰਨਾਂ ਫਸਲਾਂ ਦੇ ਤੌਰ ਦੇ ਉੱਪਰ, ਉਹਨਾਂ ਦੇ ਬੀਜ ਵੀ ਇਹਨਾਂ ਨੇ ਸੰਭਾਲੇ ਹੋਏ ਨੇ ਇੱਥੇ। ਔਰ ਜਿਹੜੇ ਇੱਛਾਵਾਨ ਹੋਣ ਉਹਨਾਂ ਦੀ ਮਦਦ ਦੇ ਵਾਸਤੇ ਕੁਛ ਅੱਗੇ ਬੀਜ ਤਿਆਰ ਕਰਨ ਦੇ ਲਈ ਦਿੰਦੇ ਵੀ ਆ, ਗਾਈਡ ਵੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਵਿਧੀ ਨੂੰ ਅਪਣਾਇਆ ਜਾ ਸਕਦਾ। ਸੋ ਸਾਡੀ ਕੋਸ਼ਿਸ਼ ਰਹੂਗੀ, ਪਹਿਲਾਂ ਤਾਂ ਭਾਈ ਸਾਹਿਬ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਇੰਨੇ ਵਿਸਤਾਰ ਦੇ ਵਿੱਚ ਸਾਨੂੰ ਇਸ ਮੈਂ ਕਹਿ ਸਕਦਾ ਕਿ ਇੱਕ ਕੁਦਰਤ ਦਾ ਜਿਹੜਾ ਇਹਨਾਂ ਨੇ ਇੱਥੇ ਜਿਹੜੇ ਜਲਾਉਣ ਨੂੰ ਸਾਂਭਿਆ ਹੋਇਆ ਉਹਦੇ ਮੁਖਾਤਿਬ ਕੀਤਾ, ਉਹਦੇ ਤੋਂ ਜਾਣੂ ਕਰਵਾਇਆ ਔਰ ਮਨ ਨੂੰ ਬੜੀ ਪ੍ਰਸੰਨਤਾ ਵੀ ਹੋਈ। ਔਰ ਅੱਗੇ ਤੋਂ ਵੀ ਜਦੋਂ ਕਿਤੇ ਜ਼ਰੂਰਤ ਹੋਊਗੀ ਇਹਨਾਂ ਦੇ ਕੋਲੋਂ ਜਾਣਕਾਰੀ ਲੈਣ ਦੀ, ਉਹ ਵੀ ਲੈ ਕੇ ਤੁਹਾਡੇ ਤੱਕ ਪਹੁੰਚਾਵਾਂਗੇ। ਅਤੇ ਬਾਕੀ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਉੱਦਮ ਉਪਰਾਲੇ ਚੱਲ ਰਹੇ ਆ ਜਾਂ ਸ਼ਖਸੀਅਤਾਂ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਜਾਂ ਉਹਨਾਂ ਦੇ ਕੋਲੋਂ ਗਿਆਨ ਲੈ ਕੇ ਤੁਹਾਡੇ ਤੱਕ ਪਹੁੰਚਾਉਣਾ ਉਹ ਜਾਰੀ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।